I've done hiring, I've done recruitments, I've done payroll, compensation, counseling and coaching and leadership development. ਤੁਹਾਡੇ ਮਾਈਂਡ ਵਿੱਚ ਕਲੈਰਿਟੀ ਇੰਨੀ ਹੋਣੀ ਚਾਹੀਦੀ ਹੈ ਕਿ ਮੈਂ ਇਹ ਜੌਬ ਕਿਸ ਲਈ ਕਰ ਰਹੀ ਹਾਂ, ਅਗਲੇ 5 ਸਾਲ ਵਿੱਚ ਮੈਂ ਕਿੱਥੇ ਪਹੁੰਚਣਾ ਚਾਹੁੰਦੀ ਹਾਂ, ਅਗਲੇ 10 ਸਾਲ ਵਿੱਚ ਮੈਂ ਕਿੱਥੇ ਪਹੁੰਚਣਾ ਚਾਹੁੰਦੀ ਹਾਂ. Start connecting with your colleagues, start connecting with your direct manager, ask questions, again show curiosity, because ਇਹ ਸਾਰੀਆਂ qualities ਨੇ which will help you in a long way to gain confidence. ਸਕਿੱਲ ਬਹੁਤ ਲੋਕਾਂ ਕੋਲੇ ਹੁੰਦਾ ਤੇ ਪਰ ਉਹਦੀ ਵੈਲਿਊ ਨਹੀਂ ਹੁੰਦੀ ਕਿਉਂਕਿ ਕਮਿਊਨੀਕੇਸ਼ਨ ਤੁਹਾਡੇ ਕੋਲ ਅਗਰ ਹੈ ਨਹੀਂ. ਅੱਜ ਕੱਲ੍ਹ ਕੰਪਨੀਜ਼ ਕੋਲ ਇੰਨਾ ਟਾਈਮ ਨਹੀਂ ਹੈ ਟੂ ਸਿਟ ਵਿਦ ਯੂ ਐਂਡ ਪ੍ਰਿਪੇਅਰ ਅ ਕਰੀਅਰ ਚਾਰਟ ਵਿਦ ਯੂ. ਇਹ ਤੁਹਾਨੂੰ ਖੁਦ ਕਰਨਾ ਪਏਗਾ. ਤੁਸੀਂ ਲੀਡਰਸ਼ਿਪ ਦੀ ਗੱਲ ਕੀਤੀ. ਵਾਟ ਇਜ਼ ਯੋਰ ਪਰਪਸ? ਕਿਉਂ ਕਰਨਾ ਚਾਹੁੰਦੇ ਹੋ? ਵਾਈ ਡੂ ਯੂ ਵਾਂਟ ਟੂ ਬੀ ਅ ਲੀਡਰ? ਜਸਟ ਫॉर द ਟਾਈਟਲ? ਇਜ਼ ਇਟ ਫॉर ਮਨੀ, ਫॉर ਸਟੇਟਸ, ਔਰ ਇਜ਼ ਇਟ ਯੂ ਵਾਂਟ ਟੂ ਮੇਕ ਅ ਡਿਫਰੈਂਸ? ਇਨਸਾਨ ਉੱਥੇ ਪਹੁੰਚ ਤੇ ਜਾਊਗਾ ਪਰ ਉਹਨੂੰ ਮਜ਼ਾ ਉਸ ਲੈਵਲ ਤੇ ਤਾਂ ਹੀ ਆਊਗਾ ਜੇ ਉਹਨੇ ਡਿਫਰੈਂਸ ਕ੍ਰੀਏਟ ਕਰਨਾ. ਜਦੋਂ ਇੰਟਰਵਿਊਜ਼ ਕਰਨ ਜਾਂਦੇ ਆ ਕੀ ਚੀਜ਼ ਦਾ ਖਾਸ ਧਿਆਨ ਰੱਖਣਾ ਪੈਂਦਾ? ਜੇ ਤੁਸੀਂ ਇੰਟਰਵਿਊ ਵਿੱਚ ਆਏ ਹੋ, ਇਫ ਆਈ ਐਮ ਇੰਟਰਵਿਊਇੰਗ ਸਮਬਡੀ, ਮੇਰੇ ਲਈ ਟੌਪ 3 ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਕਿ ਅੱਜ ਤੁਹਾਨੂੰ ਇਹ ਪਤਾ ਲੱਗੂਗਾ ਕਿ ਕਿਹੜੀਆਂ ਚੀਜ਼ਾਂ ਨੂੰ ਡੀਟੇਲ ਅਟੈਂਸ਼ਨ ਦੇਣੀ ਹੈ ਜਦੋਂ ਤੁਸੀਂ ਇੱਕ ਜੌਬ ਲੱਭਣ ਜਾ ਰਹੇ ਹੋ. 15 ਸਾਲਾਂ ਤੋਂ ਜ਼ਿਆਦਾ ਹਿਊਮਨ ਰਿਸੋਰਸਿਸ ਜਾਂ ਹਾਇਰਿੰਗ ਦਾ ਐਕਸਪੀਰੀਅੰਸ ਹੋਣ ਤੋਂ ਬਾਅਦ ਅਮਰਜੀਤ ਕੌਰ ਸ਼ਰਮਾ ਜੀ ਸਾਡੇ ਪੋਡਕਾਸਟ 'ਚ ਆਏ ਨੇ. ਇਹਨਾਂ ਤੋਂ ਅਸੀਂ ਸਿੱਖਾਂਗੇ ਕਿ ਜੌਬ ਨੂੰ ਲੱਭਣ ਲਈ, ਜੌਬ ਨੂੰ ਰਿਟੇਨ ਕਰਨ ਲਈ ਅਤੇ ਜੌਬ 'ਚ ਪ੍ਰੋਗਰੈਸ ਕਰਨ ਲਈ ਕਿਹੜੇ ਸਕਿੱਲਸ ਜਾਂ ਕੁਆਲਿਟੀਜ਼ ਦੀ ਲੋੜ ਹੁੰਦੀ ਆ. ਅਤੇ ਇਹਨਾਂ ਸਕਿੱਲਸ ਨੂੰ ਅਤੇ ਇਹਨਾਂ ਕੁਆਲਿਟੀਜ਼ ਨੂੰ ਅਸੀਂ ਸਿਰਫ ਸਰਫੇਸ ਲੈਵਲ ਤੋਂ ਸਟੱਡੀ ਨਹੀਂ ਕਰਾਂਗੇ, ਅਸੀਂ ਡੀਟੇਲ 'ਚ ਜਾਵਾਂਗੇ ਤਾਂ ਕਿ ਇਹਨਾਂ ਦੇ ਐਕਸਪੀਰੀਅੰਸ ਤੋਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਲੈ ਸਕੀਏ. ਸੋ ਮੈਲਬਰਨ 'ਚ ਅੱਜ ਸਾਡਾ ਦੂਸਰਾ ਪੋਡਕਾਸਟ ਹੈ ਅਤੇ ਅੱਜ ਮੈਂ ਬਹੁਤ ਐਕਸਾਈਟਡ ਹਾਂ ਟੂ ਬੀ ਓਨੈਸਟ, ਕਿਉਂਕਿ ਹਿਊਮਨ ਰਿਸੋਰਸਿਸ ਟੋਪਿਕ 'ਤੇ ਗੱਲ ਹੋਣ ਜਾ ਰਹੀ ਹੈ. ਇੱਕ ਇਹ ਬੜਾ ਹੀ ਬੈਨੀਫਿਸ਼ੀਅਲ ਟੋਪਿਕ ਹੋਊਗਾ ਸਾਡੇ ਇਮੀਗਰੈਂਟਸ ਲਈ, ਸਾਡੇ ਬ੍ਰਦਰਸ ਐਂਡ ਸਿਸਟਰਸ ਲਈ ਜਿਹੜੇ ਵੀ ਫੋਰਨ ਕੰਟਰੀਜ਼ 'ਚ ਆਏ ਨੇ ਅਤੇ ਜਿਹੜੇ ਇੰਡੀਆ 'ਚ ਦੇਖਣ ਵਾਲੇ ਨੇ ਉਹ ਵੀ ਜਿਹੜੇ ਆਉਣ ਬਾਰੇ ਸੋਚ ਰਹੇ ਨੇ, ਜਾਂ ਆਮ ਸ਼ੋਰ ਕਿ ਇਹ ਉੱਥੇ ਦੀ ਇੰਡੀਆ ਦੇ ਕੰਟਰੀ ਲਈ ਵੀ ਇਹ ਵੈਲਿਡ ਪੁਆਇੰਟਸ ਅਸੀਂ ਰੇਸ ਕਰਾਂਗੇ. ਅਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ ਅਮਰਜੀਤ ਜੀ. ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਪਲੀਜ਼ ਤੁਸੀਂ ਆਪਣੇ ਬਾਰੇ ਇੰਟਰੋਡਿਊਸ ਕਰੋ ਕਿ ਤੁਸੀਂ ਤੁਹਾਡੇ ਸਕਿੱਲਸ ਕੀ ਨੇ, ਤੁਸੀਂ ਅੱਜ ਇੱਥੇ ਕਿਉਂ ਪੋਡਕਾਸਟ 'ਚ ਆਏ ਅਤੇ ਮਤਲਬ ਕੀ ਇਨਫੋਰਮੇਸ਼ਨ ਤੁਸੀਂ ਸਾਡੇ ਆਡੀਅנס ਨੂੰ ਦੇ ਰਹੇ ਹੋ. Fair, sure. Thank you so much, first of all. Thank you to both of you. Thank you. No worries. ਤੁਸੀਂ opportunity ਦਿੱਤੀ for me to come and share. So as far as my background goes, my name is Amarjeet and ਮੈਂ India to as an immigrant ਆਈ ਹਾਂ ਇੱਥੇ. It's been about 5 years and ਮੇਰਾ background human resources ਵਿੱਚ ਹੈ. Professionally been working for the last 20 years in this field and I think my interests are more towards coaching and counseling ਕਿਉਂਕਿ human resources is a vast field. ਉਹਦੇ ਵਿੱਚ ਕਾਫੀ ਕੁਛ as my background I've done hiring, I've done recruitments, I've done payroll, compensation, but my interest is more towards counseling and coaching and leadership development. So it's been going well and ਇੱਥੇ ਆ ਕੇ ਵੀ I've been thankful for all the opportunities that I have got here in my profession and I think it's going great and I'm happy that I'm here today to share my knowledge. ਇੱਕ ਕੁਐਸਚਨ ਪੁੱਛਦੇ ਹੁੰਦੇ ਅਸੀਂ ਪੋਡਕਾਸਟ 'ਚ ਸਟਾਰਟ 'ਤੇ ਕਿ how are you truly feeling? How am I truly feeling right now? ਹਾਂਜੀ. I would say a little bit nervous but also excited ਕਿ ਕਾਫੀ ਕੁਛ ਅਸੀਂ ਗੱਲਾਂ ਬਾਤਾਂ ਕਰਾਂਗੇ, share and maybe learn also from you something about we can try your interest areas. ਨਹੀਂ, ਹਮੇਸ਼ਾ ਆਈ ਥਿੰਕ ਪੋਡਕਾਸਟ ਦਾ ਆਪਣਾ ਪਰਪਸ ਇਹ ਹੁੰਦਾ ਵੀ ਇੱਕ ਦੂਜੇ ਤੋਂ ਆਪਾਂ ਡਿਸਕਸ ਕਰ ਰਹੇ ਹਾਂ ਅਤੇ ਬਹੁਤ ਅਲੱਗ-ਅਲੱਗ ਕਈ ਵਾਰੀ ਸਾਨੂੰ ਵੀ ਹਮੇਸ਼ਾ ਇੱਦਾਂ ਹੁੰਦਾ ਵੀ ਯਾਰ ਅੱਛਾ ਆਹ ਵੀ ਸੋਚਣਾ ਪਰਸਪੈਕਟਿਵ ਆ ਇੱਕ ਗੱਲ ਦਾ. ਸੋ ਉਹਦੇ ਨਾਲ ਬੜਾ ਬੰਦੇ ਨੂੰ ਲੱਗਦਾ ਵੀ ਅੱਛਾ ਆਪਾਂ ਤਾਂ ਐਂ ਸੋਚ ਰਹੇ ਸੀ. ਸੋ ਦੈਟਸ ਲਾਈਕ ਜਿਵੇਂ ਹਮੇਸ਼ਾ ਓਪਨ ਮਾਈਂਡ ਰੱਖਣਾ ਅਤੇ ਉੱਥੇ ਤੁਹਾਨੂੰ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ. I think that learning mindset is something that everyone should possess ਕਿਉਂਕਿ ਅਸੀਂ ਅਗਰ ਕੋਈ ਵੀ ਚੀਜ਼ ਅਸੀਂ ਅੱਗੇ ਲਾਈਫ ਵਿੱਚ ਕਰਨੇ ਆ, ਵੈਦਰ ਤੁਸੀਂ ਆਪਣਾ ਕਰੀਅਰ ਡਿਵੈਲਪ ਕਰਨਾ ਹੈ ਜਾਂ ਫਿਰ ਤੁਸੀਂ ਲਾਈਫ ਵਿੱਚ ਕੁਛ ਅਚੀਵ ਕਰਨਾ ਚਾਹੁੰਦੇ ਹੋ, ਅਗਰ ਤੁਸੀਂ ਕਲੋਜ਼ ਮਾਈਂਡਸੈਟ ਵਿੱਚ ਰਹੋਗੇ ਕਿ ਬਈ ਜੋ ਮੈਨੂੰ ਆਉਂਦਾ ਹੈ ਉਹ ਮੇਰੇ ਲਈ ਸਹੀ ਹੈ, ਯੂ ਵਿਲ ਨੈਵਰ ਗੋ ਹੈਡ. ਸੋ ਆਪਣੇ ਆਪ ਨੂੰ ਤੁਸੀਂ I call myself I'm a learner for life.
ਕਿਉਂਕਿ there are so many things which we don't know. So ਇੱਕ genuine curiosity ਹੋਣੀ ਚਾਹੀਦੀ ਮਾਈਂਡ ਵਿੱਚ ਕਿ ਬਈ ਇਹ ਚੀਜ਼ ਮੈਨੂੰ ਪਤਾ ਨਹੀਂ ਹੈ ਔਰ ਇਹ ਮੈਂ ਸਿੱਖਣਾ ਚਾਹੁੰਦੀ ਹਾਂ, and only when I know I will learn, and I think that curiosity should never die. ਮੈਂ ਭਾਂਡਾ ਕਹਿੰਦਾ ਕਿ ਜੇ ਖਾਲੀ ਹੋਵੇ ਤਾਂ ਫੇਰ ਹੀ ਕੋਈ ਉਹਦੇ ਚ ਪਾਊਗਾ। ਜਿੱਦਾਂ ਇੱਕ ਭਿਖਾਰੀ ਹੁੰਦਾ ਨਾ ਸੜਕ ਤੇ ਭੀਖ ਮੰਗਦਾ, ਉਹਦਾ ਭਾਂਡਾ ਖਾਲੀ ਦੇਖ ਕੇ ਲੋਕੀ ਵਿੱਚ ਪਾਉਂਦੇ ਆ। ਜੇ ਆਪਾਂ ਕਹਿ ਦਈਏ ਕਿ ਸਾਡੇ ਕੋਲ ਸਾਰਾ ਕੁਛ ਹੈਗਾ, ਸਾਨੂੰ ਸਿੱਖਣ ਦੀ ਲੋੜ ਨਹੀਂ, ਤਾਂ ਮੈਨੂੰ ਲੱਗਦਾ ਰੱਬ ਵੀ ਉਹ ਜਿਹੜਾ ਨਾ ਉਹ ਸਰਕਮਸਟੈਂਸਿਸ ਉੱਦਾਂ ਦੇ ਨਹੀਂ ਬਣਾਉਂਦਾ ਕਿ ਤੁਹਾਨੂੰ ਕੁਝ ਸਿੱਖਣ ਲਈ ਮਿਲੇ। ਸੋ ਹਮੇਸ਼ਾ ਸਿੱਖਣ ਲਈ ਜ਼ਰੂਰੀ ਹੈ। ਲਰਨਰ ਫॉर ਲਾਈਫ, ਦੈਟਸ ਗੁੱਡ ਪੁਆਇੰਟ। ਬਹੁਤ ਵੱਡੀ ਗੱਲ ਕਹੀ ਹੈ। ਹਾਂਜੀ, ਬੇਸਿਕ ਚੀਜ਼ ਆ, ਪਰ ਆਈ ਥਿੰਕ ਡੂੰਗੀ ਗੱਲ ਕਹੀ ਆ। ਦੇਖੋ ਕਿਤੇ ਗਿਰ ਨਾ ਪਿਓ। ਆਪਣੇ ਹਿਊਮਨ ਰਿਸੋਰਸਿਸ ਜਿਹਨਾਂ ਨੂੰ ਨਹੀਂ ਪਤਾ, ਐਕਸਪਲੇਨ ਕਰ ਦੋਗੇ ਸਿੰਪਲ ਸ਼ਬਦਾਂ ਦੇ ਵਿੱਚ? ਆਈ ਥਿੰਕ ਜਦੋਂ ਤੁਸੀਂ ਪ੍ਰੋਫੈਸ਼ਨਲੀ ਕਿਸੇ ਕੰਪਨੀ ਨੂੰ ਜੁਆਇਨ ਕਰਦੇ ਹੋ, ਹਰ ਆਰਗੇਨਾਈਜੇਸ਼ਨ ਵਿੱਚ ਹਰ ਇੱਕ ਡਿਪਾਰਟਮੈਂਟਸ ਹੁੰਦੀਆਂ ਨੇ ਬੇਸਡ ਔਨ ਯੋਰ ਸਕਿੱਲਸ ਔਰ ਬੇਸਡ ਔਨ ਵਾਟ ਯੂ ਆਰ ਪ੍ਰੈਜ਼ੈਂਟਿੰਗ। ਜੈਸੇ ਜਿਵੇਂ ਕਿ ਮੈਂ ਇੱਕ IT ਕੰਪਨੀ ਦਾ ਐਗਜ਼ਾਮਪਲ ਲਵਾਂ ਤਾਂ IT ਵਿੱਚ ਤੁਹਾਡੇ ਕੋਲ ਇੱਕ ਟੈਕਨੋਲੋਜੀ ਰਿਸਰਚ ਐਂਡ ਡਿਵੈਲਪਮੈਂਟ ਟੀਮ ਹੁੰਦੀ ਹੈ ਜੇ ਦੇ ਫੋਕਸ ਔਨ ਰਿਸਰਚ ਐਂਡ ਡਿਵੈਲਪਮੈਂਟ। ਫਿਰ ਤੁਹਾਡੇ ਕੋਲ ਇੱਕ ਅਕਾਊਂਟਿੰਗ ਟੀਮ ਹੁੰਦੀ ਹੈ ਕੰਪਨੀ ਵਿੱਚ। ਵੈਨ ਯੂ ਬਿਲਡ ਅ ਕੰਪਨੀ, ਤੁਹਾਨੂੰ ਇਹ ਸਾਰੇ ਸਪੈਸ਼ਲਾਈਜ਼ ਸਕਿੱਲਸ ਚਾਹੀਦੀਆਂ ਹੁੰਦੀਆਂ ਨੇ ਟੂ ਬਿਲਡ ਦੈਟ ਸਟਰਕਚਰ, ਟੂ ਸਪੋਰਟ ਦੈਟ ਸਟਰਕਚਰ। ਅਕਾਊਂਟਿੰਗ ਦਾ ਕੰਮ ਹੈ ਫਾਈਨੈਂਸ ਵਗੈਰਾ ਦੇਖਣਾ, ਕੰਪਨੀ ਦਾ ਸਾਰਾ ਕੁਛ ਦੇਖਣਾ। ਹਿਊਮਨ ਰਿਸੋਰਸਿਸ ਟੀਮ ਜਿਹੜੀ ਹੁੰਦੀ ਹੈ, ਦੇ ਆਰ ਆਈ ਪ੍ਰਾਊਡਲੀ ਸੇ ਵੀ ਆਰ ਦ ਬੈਕਬੋਨ ਆਫ ਦ ਕੰਪਨੀ, ਬਿਕਾਜ਼ ਇਟ ਸਟਾਰਟਸ ਫਰੋਮ ਅਸ ਕਿ ਜਿਹੜੇ ਤੁਹਾਨੂੰ ਰਿਸੋਰਸਿਸ ਚਾਹੀਦੇ ਨੇ ਟੂ ਫਾਈਂਡ ਦ ਬੈਸਟ ਟੈਲੈਂਟ ਫਰੋਮ ਮਾਰਕੀਟ ਫॉर ਅ ਕੰਪਨੀ ਇਜ਼ ਨਾਟ ਅ ਈਜ਼ੀ ਟਾਸਕ। ਤੁਹਾਨੂੰ ਬਾਹਰ ਜਾ ਕੇ ਚੈੱਕ ਕਰਨਾ ਹੈ ਕਿ ਬਈ ਜੋ ਸਕਿੱਲਸ ਤੁਹਾਨੂੰ ਕੰਮ ਵਾਸਤੇ ਚਾਹੀਦੀਆਂ ਨੇ ਕੰਪਨੀ ਵਿੱਚ, ਉਹ ਸਕਿੱਲਸ ਮਾਰਕੀਟ ਵਿੱਚ ਹੈ ਕਿ ਨਹੀਂ। hire the best and topmost talent. That's something human resources brings on the table. And then it doesn't only starts or ends with hiring. Tusi ek bari hire kita, then you have to continuously invest in that talent. So learning and development is another specialization human resources which anda hai. So within company tode jehde trainings honde ne, opportunities jo mildiyan ne, whether it's for job promotion or managerial training and development, eh sara human resources contributes into that. So as a department, we are providing end-to-end resourcing services which starts from hiring, developing the employee and the skills and talent, and ਬਾਕੀ ਸਾਰਾ ਕੁਛ ਵੀ ਆ ਜਾਂਦਾ ਉਹਦੇ ਵਿੱਚ, ਜੈਸੇ ਕੰਪਲਾਇੰਸ ਹੋ ਗਿਆ, ਲੀਗਲ ਹੋ ਗਿਆ, ਮੇਕਿੰਗ ਸ਼ੋਰ ਕਿ ਤੁਹਾਡੀ ਕੰਪਨੀ ਇਜ਼ ਪੇਇੰਗ ਐਵਰੀਬਡੀ ਇਕੁਅਲ ਵੇਜਸ, ਜੋ ਮਿਨੀਮਮ ਵੇਜਸ ਹੈ ਉਸ ਤੋਂ ਉੱਤੇ ਪੇ ਕਰੇ, ਕੰਪਨਸੇਸ਼ਨ, ਬੈਂਚਮਾਰਕਿੰਗ, ਪੇਰੋਲ ਪ੍ਰੈਕਟਿਸਿਸ, everything has to be legal. तो legal ਦਾ ਧਿਆਨ ਰੱਖਣਾ ਪੈਂਦਾ ਹੈ ਸਾਨੂੰ ਕੰਪਨੀਜ਼ ਦਾ, ਕਿਉਂਕਿ ਅੱਗੇ ਜਾ ਕੇ ਕੁਛ you can't say ਕਿ you work for a company ਜੋ ਤੁਹਾਨੂੰ minimum wages ਵੀ ਨਹੀਂ pay ਕਰ ਰਹੀ. So this is a job of human resources to make sure ਕਿ ਤੁਹਾਡੀ payroll practices are aligned with the industry. So ਇਹ ਸਾਰੇ ਕੰਮ ਵੀ human resources ਦੇ ਅੰਡਰ ਆ ਜਾਂਦੇ ਨੇ। ਵਧੀਆ ਕੀਤਾ ਤੁਸੀਂ ਸਵਾਲ ਪੁੱਛ ਲਿਆ, ਕਿਉਂਕਿ ਮੋਸਟਲੀ ਲੋਕਾਂ ਨੂੰ ਇਹ ਲੱਗਦਾ ਕਿ ਸਿਰਫ ਹਾਇਰ ਕਰ ਰਹੇ ਆ, ਬਟ ਉਹ ਬੈਕ ਐਂਡ ਤੇ ਕਿੰਨਾ ਤੁਸੀਂ ਉਹਨਾਂ ਦਾ ਟੇਕ ਕੇਅਰ ਕਰਨਾ ਹੁੰਦਾ ਉਹ ਵੀ ਮੈਟਰ ਕਰਦਾ। ਐਂਡ ਦੈਟਸ ਵੈਰੀ ਫਨੀ ਯੂ ਸੈਡ, ਕਿਉਂਕਿ ਕਾਫੀ ਲੋਕ ਕਹਿੰਦੇ ਕਿ ਅੱਛਾ ਬਈ ਤੁਸੀਂ ਹਿਊਮਨ ਰਿਸੋਰਸਿਸ ਹੋ, ਤੁਹਾਡਾ ਕੰਮ ਹੈ ਹਾਇਰ ਐਂਡ ਫਾਇਰ। ਤੋ ਕਹਿੰਦੇ ਨੇ ਕਿ ਸਾਡਾ ਨਾਮ ਬਦਨਾਮ ਹੈ ਕਿ ਬਈ ਤੁਸੀਂ ਹਾਇਰਿੰਗ ਐਂਡ ਫਾਇਰਿੰਗ ਹੀ ਕਰਦੇ ਹੋ, ਬਟ ਦੇਰ ਇਜ਼ ਮੋਰ ਦੈਨ that what we add value in the ਜਦੋਂ ਤੁਸੀਂ ਡਿਵੈਲਪ ਕਰਦੇ ਹੋ ਕਿਸੇ ਨੂੰ, ਜਿੱਦਾਂ ਤੁਸੀਂ ਕਿਹਾ ਟ੍ਰੇਨਿੰਗ ਕਰਦੇ ਹੋ, ਕਿੱਦਾਂ ਡਿਸਾਈਡ ਕਰਦੇ ਹੋ ਕਿ ਕਿਹਨੂੰ ਡਿਵੈਲਪ ਕਰਨਾ, ਜਾਂ ਕੁਛ ਇੱਦਾਂ ਦਾ ਕ੍ਰਾਈਟੇਰੀਆ ਹੈ ਜਾਂ ਇਟਸ ਲਾਈਕ ਆਟੋਮੈਟਿਕ? ਆਈ ਥਿੰਕ ਜੇ ਤੁਸੀਂ ਲਾਰਜ ਆਰਗੇਨਾਈਜੇਸ਼ਨਸ ਦੀ ਗੱਲ ਕਰੋ ਤੇ ਉੱਥੇ ਕਾਫੀ ਸੈਟ ਸਟਰਕਚਰਸ ਹੁੰਦੇ ਨੇ ਕਿ ਲਰਨਿੰਗ ਐਂਡ ਡਿਵੈਲਪਮੈਂਟ ਜਿਹੜਾ ਹੈ ਇਟ ਇਜ਼ ਸੈਟ ਫॉर ਐਵਰੀ ਰੋਲ। ਕਿ ਜੇ ਤੁਸੀਂ ਫॉर ਐਗਜ਼ਾਮਪਲ ਅਗਰ ਤੁਸੀਂ as a start ਕਰ ਰਹੇ ਹੋ, as a junior, you're starting your job right now. So ਤੁਹਾਡੇ ਲਈ there are training programs designed already. As a starter, ਤੁਹਾਨੂੰ ਪਹਿਲੇ orientation ਹੋਏਗਾ, ਕੰਪਨੀ ਦੇ ਬਾਰੇ ਸਭ ਜਾਣਨਾ ਚਾਹੀਦਾ ਹੈ, ਕੰਪਨੀ ਕੀ ਕਰ ਰਹੀ ਹੈ, ਕੀ ਸਟਰਕਚਰ ਨੇ, ਕੀ ਵੈਲਿਊਜ਼ ਨੇ, what are we trying to do. Then gain some initial skills ਜਿਵੇਂ ਕਿ what will help you to do your job better. So juniors role ਵਾਸਤੇ ਇੱਕ ਅਲੱਗ ਹੀ structured training pathway ਹੁੰਦਾ ਹੈ। ਫਿਰ mid level ਵਿੱਚ ਅਲੱਗ pathway ਹੁੰਦਾ ਹੈ। ਜੇ ਤੁਸੀਂ manager ਬਣ ਰਹੇ ਹੋ, first time managers, so we build a pathway for training, a learning pathway for first time managers ਕਿ ਤੁਹਾਨੂੰ ਕੀ skills
ਤੁਹਾਡੇ ਕੋਲ ਹੋਣੀਆਂ ਚਾਹੀਦੀਆਂ for you to be a successful manager. Then from manager when you go to a leadership level, that's a very different skill set that is needed for a leadership level. ਫਿਰ ਉਹਦੇ ਵਾਸਤੇ ਅਲੱਗ pathway ਹੁੰਦਾ ਹੈ. So in large organizations ਇਹ ਕਾਫੀ ਕੁਝ structured ਹੁੰਦਾ ਹੈ which we develop. Like human resources team make sure कि ਤੁਹਾਡਾ learning and development function is fully structured ਔਰ ਤੁਹਾਡੇ ਕੋਲੇ ਸਾਰੇ learning pathways ready ਹੋਣੇ ਚਾਹੀਦੇ which are then offered. Offering is depending on ਕਿ ਤੁਹਾਡੀ as a company ਤੁਸੀਂ ਕਿੰਨਾ ਇਨਵੈਸਟ ਕਰ ਸਕਦੇ ਹੋ. ਤੁਸੀਂ in-house training ਕਰੋਗੇ ਜਾਂ online training modules available ਨੇ, ਤਾਂ ਇਹ ਸਾਰੇ options ਹੁੰਦੀਆਂ ਨੇ ਫਿਰ. ਇਹ ਜਿਵੇਂ ਵੱਡੀ ਆਰਗੇਨਾਈਜੇਸ਼ਨ ਜਿਵੇਂ ਤੁਸੀਂ ਕਿਹਾ ਵੀ ਕਾਫੀ ਸਟਰਕਚਰਡ ਹੁੰਦਾ, ਅਲੱਗ-ਅਲੱਗ ਸਪੈਸ਼ਲਾਈਜ਼ ਕਰਦੇ ਨੇ ਪੋਜੀਸ਼ਨ ਦੇ ਵਿੱਚ. ਜੋ ਮੇਰਾ ਪਰਸਨਲ ਐਕਸਪੀਰੀਅੰਸ ਹੈ ਛੋਟੀ ਆਰਗੇਨਾਈਜੇਸ਼ਨ ਦੇ ਵਿੱਚ ਓਬਵੀਅਸਲੀ ਤੁਹਾਨੂੰ ਪਤਾ ਇੱਕ ਇਨਸਾਨ ਹੀ ਖਾਸੇ ਮਲਟੀਪਲ ਹੈਟਸ ਪਾ ਰਿਹਾ ਹੁੰਦਾ. ਤੇ ਉਹੀ ਗੱਲ ਆ ਵੀ ਜਿਵੇਂ ਆਈ ਥਿੰਕ ਪ੍ਰੋਗਰੈਸ ਕਰਨਾ ਬੰਦਾ ਸਲੋਲੀ, ਅਤੇ ਪਲੱਸ ਜੇ ਤੁਸੀਂ ਹੁਣ ਮੈਨੂੰ ਲੱਗਦਾ ਪਹਿਲਾਂ ਇੱਕ ਵਧੀਆ ਇੰਪਲੋਈ ਬਣੋ, ਆਈ ਥਿੰਕ ਦੈਟਸ ਅ ਗੁੱਡ ਸਟਾਰਟ. ਕਿ ਉਦੋਂ ਬਾਅਦ ਫਿਰ ਤੁਸੀਂ ਮੈਨੇਜਰ ਵਾਲੇ ਸਕਿੱਲ ਵੀ ਸਿੱਖਦੇ ਹੋ ਕਿਵੇਂ ਲੋਕਾਂ ਨੂੰ ਮੈਨੇਜ ਕਰਨਾ. ਉਹਦੇ ਵਿੱਚ ਆਮ ਸ਼ੋਰ ਤੁਸੀਂ ਸ਼ੇਅਰ ਕਰ ਸਕਦੇ ਕਿ ਕਮਿਊਨੀਕੇਸ਼ਨ ਦਾ ਕਿੰਨਾ ਰੋਲ ਆ. extremely important I will say, ਕਿਉਂਕਿ ਜਦੋਂ ਤੁਸੀਂ ਸਟਾਰਟ ਕਰਦੇ ਹੋ ਕੋਈ ਜੋਬ ਐਜ਼ ਅ ਜੂਨੀਅਰ, ਐਜ਼ ਅ ਫਰੈਸ਼ਰ, ਅਸੀਂ ਜਿਵੇਂ ਕਹਿੰਦੇ ਨਾ ਕਿ ਤੁਸੀਂ ਡਾਇਰੈਕਟ ਆਊਟ ਆਫ ਕਾਲਜ ਤੁਸੀਂ ਜੋਬ ਸਟਾਰਟ ਕੀਤਾ ਹੈ. it is extremely important ਕਿ ਤੁਸੀਂ ਆਪਣੇ ਆਪ ਨੂੰ, again we started the podcast saying learning mindset, so be very open. It's like ਅਸੀਂ ਕਹਿੰਦੇ ਤੁਸੀਂ ਆਪਣੇ ਆਪ ਨੂੰ ਜਿਵੇਂ ਸਪੰਜ ਹੁੰਦਾ ਨਾ, ਸਪੰਜ ਬਣਾ ਕੇ ਰੱਖੋ which can absorb everything. ਸਹੀ ਗੱਲ ਹੈ. ਕਿਉਂਕਿ ਇੱਕ ਉਹ ਸਟੇਜ ਹੈ ਫਸਟ ਜੂਨੀਅਰ ਰੋਲ ਦੀ ਕਿ ਵੇਅਰ ਯੂ ਕੈਨ ਅਫੋਰਡ ਟੂ ਮੇਕ ਮਿਸਟੇਕਸ ਆਲਸੋ. ਅਤੇ ਤੁਸੀਂ ਇਹ ਨਾ ਸੋਚੋ ਕਿ ਬਈ ਮੈਨੂੰ ਕੋਈ ਜੱਜ ਕਰ ਰਿਹਾ ਹੈ, ਬਿਕਾਜ਼ ਯੂ ਆਰ ਐਟ ਅ ਸਟੇਜ ਵੇਅਰ ਯੂ ਆਰ ਯੂ ਕੈਨ ਆਸਕ ਕੁਐਸਚਨਸ, ਯੂ ਕੈਨ ਮੇਕ ਮਿਸਟੇਕਸ. ਤੁਹਾਨੂੰ ਕੋਈ ਜੱਜ ਨਹੀਂ ਕਰੇਗਾ ਕਿਉਂਕਿ ਤੁਸੀਂ ਜੂਨੀਅਰ ਹੋ. ਇੱਕ ਤੁਸੀਂ ਜੇ ਮਿਡ ਲੈਵਲ 'ਤੇ ਆ ਜਾਓਗੇ ਐਂਡ ਇਫ ਯੂ ਆਰ ਗੋਇੰਗ ਟੂ ਆਸਕ ਸਿਲੀ ਕੁਐਸਚਨਸ ਦੈਨ ਪੀਪਲ ਮਾਈਟ ਜੱਜ ਯੂ ਕਿ ਬਈ ਇੰਨਾ ਵੀ ਨਹੀਂ ਆਉਂਦਾ, ਕਿ ਤੁਹਾਨੂੰ ਇੰਨੇ ਸਾਲ ਤੁਸੀਂ ਕੰਮ ਕੀਤਾ ਹੈ, ਵਾਟ ਹੈਵ ਯੂ ਲਰਨਡ. ਸੋ ਐਜ਼ ਅ ਜੂਨੀਅਰ ਆਈ ਥਿੰਕ ਸਭ ਤੋਂ ਇੰਪੋਰਟੈਂਟ ਜੋ skill required hai is to show curiosity. Communication, yes, very very important, kyunki ki hunda hai ki tusi sada educational background I would say in some way or the other ਕਾਫੀ theoretical ਹੁੰਦਾ ਹੈ, ਕਿ ਅਸੀਂ ਰੱਟਾ ਮਾਰ ਕੇ ਪੜ੍ਹ ਲਿਆ, ਐਗਜ਼ਾਮ ਦੇ ਦਿੱਤੇ, ਪਾਸ ਹੋ ਗਏ, ਚਲੋ ਠੀਕ ਹੈ. ਬਟ ਜੋ ਜਿਹੜਾ ਵਰਕ ਲਾਈਫ ਹੈ, ਮੇਨ ਜਿਹੜੀਆਂ ਤੁਹਾਡੀ ਕਮਿਊਨੀਕੇਸ਼ਨ ਸਕਿੱਲਸ ਹੈ ਇਜ਼ ਵਾਟ ਯੂ ਲਰਨ ਇਨ ਯੋਰ ਵਰਕ ਏਰੀਆ. ਬਿਕਾਜ਼ ਤੁਹਾਨੂੰ ਜਿੰਨੀ ਵੀ ਨੌਲੇਜ ਹੈ, ਨੌਲੇਜ ਗੇਨਿੰਗ ਨੌਲੇਜ ਇਜ਼ ਗੁੱਡ, ਬਟ ਅਗਰ ਤੁਸੀਂ ਉਹਨੂੰ ਆਰਟੀਕੂਲੇਟ ਨਹੀਂ ਕਰ ਪਾ ਰਹੇ ਹੋ ਤਾਂ ਉਹ ਨੌਲੇਜ ਦਾ ਕੋਈ ਫਾਇਦਾ ਨਹੀਂ ਹੈ. ਅਤੇ ਉਹ ਆਰਟੀਕੂਲੇਸ਼ਨ ਤੁਹਾਨੂੰ ਉਦੋਂ ਹੀ ਆਏਗੀ ਜਦੋਂ ਤੁਹਾਡੇ ਕੋਲ ਕੌਨਫੀਡੈਂਸ ਹੈ ਟੂ ਸਪੀਕ, ਐਂਡ ਦੈਟ ਕੌਨਫੀਡੈਂਸ ਆਈ ਐਮ ਨਾਟ ਸੇਇੰਗ ਕਿ ਤੁਹਾਨੂੰ ਸਟੇਜ 'ਤੇ ਖੜੇ ਹੋ ਕੇ ਬੋਲਣਾ ਹੈ. ਐਟ ਅ ਜੂਨੀਅਰ ਲੈਵਲ ਸਟਾਰਟ ਕਨੈਕਟਿੰਗ ਵਿਦ ਯੋਰ ਕੋਲੀਗਸ, ਸਟਾਰਟ ਕਨੈਕਟਿੰਗ ਵਿਦ ਯੋਰ ਡਾਇਰੈਕਟ ਮੈਨੇਜਰ, ਆਸਕ ਕੁਐਸਚਨਸ, ਅਗੇਨ ਸ਼ੋ ਕਿਊਰੀਓਸਿਟੀ, ਬਿਕਾਜ਼ ਇਹ ਸਾਰੀਆਂ ਕੁਆਲਿਟੀਜ਼ ਨੇ ਵਿਚ ਵਿਲ ਹੈਲਪ ਯੂ ਇਨ ਅ ਲੌਂਗ ਵੇ ਟੂ ਗੇਨ ਕੌਨਫੀਡੈਂਸ. ਤੁਸੀਂ ਹੁਣ ਸ਼ੁਰੂ ਕਰੋਗੇ, ਅੱਗੇ ਜਾ ਕੇ ਤੁਹਾਡੇ ਕਾਫੀ ਕੰਮ ਆਏਗਾ. ਯੂ ਵਿਲ ਬਿਲਡ ਦੈਟ ਕਮਿਊਨੀਕੇਸ਼ਨ ਸਕਿੱਲਸ ਓਵਰ ਅ ਪੀਰੀਅਡ ਆਫ ਟਾਈਮ. ਇੱਕ ਇਹ ਵੀ ਚੀਜ਼ ਆ, ਇੱਕ ਮੈਨੂੰ ਲੱਗਦਾ ਐਜ਼ ਅ ਜੂਨੀਅਰ ਤੁਹਾਨੂੰ ਮੇ ਬੀ ਸ਼ਾਇਦ ਤੁਸੀਂ ਮੈਂਸ਼ਨ ਵਿੱਚ ਕਰ ਦਿੱਤਾ ਹੋਵੇ ਬਿਟਵੀਨ ਦ ਲਾਈਨਸ ਕਿ ਰਿਸਪੋਂਸੀਬਿਲਿਟੀ ਲੈਣਾ ਕਿਸੇ ਚੀਜ਼ ਦੀ, ਕਿ ਜੇ ਕੁਛ ਗਲਤ ਹੋ ਗਿਆ ਯੂ ਹੈਵ ਟੂ ਸ਼ੋ ਦੋਜ਼ ਲੀਡਰਸ਼ਿਪ ਸਕਿੱਲਸ ਮੇ ਬੀ ਅਰਲੀ ਇਨ ਯੋਰ ਕਰੀਅਰ, ਕਿ ਤੁਸੀਂ ਅਕਾਊਂਟੇਬਲ ਹੋ ਕਿਸੇ ਵੀ ਚੀਜ਼ ਦੇ. ਤਾਂ ਡਿਸਿਪਲਿਨ ਸ਼ੋਅ ਕਰਨਾ ਕਿ ਤੁਸੀਂ ਟਾਈਮ 'ਤੇ ਆਉਂਦੇ ਹੋ, ਟਾਈਮ ਦੀ ਰਿਸਪੈਕਟ ਕਰਨਾ, ਇਟਸ ਮੇਜਰ ਥਿੰਗ, ਹੈ ਨਾ. ਕਿਉਂਕਿ ਜੇ ਕੋਈ ਆਰਗੇਨਾਈਜੇਸ਼ਨ, ਕੋਈ ਕੰਪਨੀ ਕਿਸੇ ਨੂੰ ਐਜ਼ ਅ ਲੀਡਰਸ਼ਿਪ ਰੋਲ ਡਿਵੈਲਪ ਕਰਨਾ ਚਾਹੁੰਦੀ ਹੈ ਤਾਂ ਉਹਨੂੰ ਜੂਨੀਅਰ ਰੋਲ ਦੇ ਵਿੱਚ ਉਹਦਾ ਜਿਹੜਾ ਵੀ ਇਹਦਾ ਰਿਕਾਰਡ ਕੀਪਿੰਗ ਹੁੰਦਾ ਜਾਂ ਉਹਦਾ ਖੁਦ ਦਾ ਜਿਹੜੀ ਹਿਸਟਰੀ ਬਣੀ ਆਉਂਦੀ ਹੈ ਉਹ ਸਾਰੀ ਚੈੱਕ ਕਰੇਗੀ ਕਿ ਇਹ ਬੰਦਾ ਕਿੱਥੇ ਗਰੋ ਹੋ ਕੇ ਆਇਆ, ਐਂਡ ਇਹਦੇ ਸਕਿੱਲਸ, ਸੋਸ਼ਲ ਸਕਿੱਲਸ ਕੀ ਨੇ ਜਾਂ ਇਹਦੇ ਵੈਲਿਊਜ਼ ਕੀ ਨੇ, ਸਭ ਤੋਂ ਇੰਪੋਰਟੈਂਟ ਕਿ ਇਹ ਟਾਈਮ ਦੀ ਕਿੰਨੀ ਰਿਸਪੈਕਟ ਕਰਦਾ, ਕਿ ਮੈਨੂੰ ਲੱਗਦਾ ਉਹ ਵੀ ਚੀਜ਼ਾਂ ਬਹੁਤ ਜ਼ਰੂਰੀ ਹੈ, ਬਹੁਤ ਜ਼ਿਆਦਾ. ਹਾਂਜੀ, ਮੈਂ ਟੱਚ ਬੇਸ ਕਰਨ ਲੱਗਾ ਸੀ ਪਹਿਲਾਂ ਜਿਹੜੀ ਤੁਸੀਂ ਗੱਲ ਕਰਦੇ ਸੀ ਨਾ ਕਿ
ਸਕਿੱਲ ਬਹੁਤ ਲੋਕਾਂ ਕੋਲੇ ਹੁੰਦਾ ਤੇ ਪਰ ਉਹਦੀ ਵੈਲਿਊ ਨਹੀਂ ਹੁੰਦੀ ਕਿਉਂਕਿ ਕਮਿਊਨੀਕੇਸ਼ਨ ਤੁਹਾਡੇ ਕੋਲ ਅਗਰ ਹੈ ਨਹੀਂਗੀ। ਸੋ ਉਹ ਤੁਸੀਂ ਬਹੁਤ ਵੱਡਾ ਪੁਆਇੰਟ ਕਿਹਾ। ਸੋ ਦੋਨੀ ਹੈਂਡ ਇਨ ਹੈਂਡ ਕੰਮ ਕਰਦੇ ਨੇ। ਸੋ ਜੇ ਤੁਹਾਡੇ ਕੋਲ ਕੱਲੀ ਕਮਿਊਨੀਕੇਸ਼ਨ ਹੈ ਜਾਂ ਸਕਿੱਲ ਨਹੀਂ ਹੈਗਾ ਫਿਰ ਵੀ ਉਨੀ ਗੱਲ ਨਹੀਂ ਹੈਗੀ। ਸੋ ਮੇ ਬੀ ਕਮਿਊਨੀਕੇਸ਼ਨ ਵਿਲ ਗੈਟ ਯੂ ਇਨਟੂ ਦ ਡੋਰ, ਪਰ ਜੇ ਤੁਹਾਡੇ ਕੋਲ ਸਕਿੱਲ ਹੋਊਗਾ ਫਿਰ ਤੁਸੀਂ ਉੱਥੇ ਰਹਿ ਸਕਦੇ ਹੋ ਤੇ ਤੁਹਾਡੀ ਵੈਲਿਊ ਕਰਨਗੇ। ਬਟ ਆਲਸੋ ਇਹ ਵੀ ਇੱਕ ਵੱਡੀ ਗੱਲ ਆ ਮੈਂ ਸਿੱਖਿਆ, ਤੁਸੀਂ ਅਗਰ ਤੁਹਾਡੇ ਕੋਲ ਸਕਿੱਲ ਆ ਨਾ ਤਾਂ ਤੁਹਾਨੂੰ ਛੇਤੀ ਕੋਈ ਮੂਵ ਨਹੀਂ ਕਰ ਸਕਦਾ। ਸੋ ਬਹੁਤ ਵੱਡੀ ਗੱਲ ਆ, ਸਪੈਸ਼ਲੀ ਕੋਈ ਜਿਹੜੇ ਵੈਲਿਊਬਲ ਸਕਿੱਲ ਨੇ। ਜੇ ਤੁਸੀਂ ਆਮ ਕੋਈ ਜਿਹੜੀ ਚੀਜ਼ ਈਜ਼ੀਲੀ ਤੁਹਾਨੂੰ ਰਿਪਲੇਸ ਕਰ ਸਕਦੀ ਆ, ਮਤਲਬ ਈਜ਼ੀਲੀ ਤੁਸੀਂ ਸਕਿੱਲ ਗੇਨ ਕਰ ਸਕਦੇ ਹੋ, ਉੱਥੇ ਹਮੇਸ਼ਾ ਤੁਹਾਨੂੰ ਰਿਸਕ ਤਾਂ ਰਹੂਗਾ ਹੀ, ਕੰਪੀਟੀਸ਼ਨ ਵੱਧ ਹੋਊਗਾ ਡੈਫੀਨੇਟਲੀ। ਉਹ ਕਹਿੰਦੇ ਨਾ ਕੰਫਰਟ ਜ਼ੋਨ, ਤੁਸੀਂ ਇੱਕ ਕੰਫਰਟ ਜ਼ੋਨ 'ਚ ਸੈੱਟ ਨਹੀਂ ਹੋਣਾ। ਸਾਡਾ ਮਾਈਂਡਸੈਟ ਪਤਾ ਕੀ ਹੁੰਦਾ, ਆਈ ਥਿੰਕ ਮੋਸਟ ਆਫ ਅਸ ਫੀਲ ਕਿ ਔਰ ਮੇਬੀ ਆਈਲ ਗੋ ਬੈਕ ਐਂਡ ਆਈਲ ਸੇ ਕਿ ਤੁਹਾਨੂੰ ਫਸਟ ਆਪਣਾ ਮਾਈਂਡ ਕਲੈਰਿਟੀ ਲੈਣੀ ਹੈ ਕਿ ਤੁਹਾਡਾ ਪਰਪਸ ਕੀ ਹੈ ਵਿਦ ਅ ਜੋਬ। ਲੈਟਸ ਸੇ ਫੋਰ ਐਗਜ਼ਾਮਪਲ ਤੁਸੀਂ ਇੰਜੀਨੀਅਰਿੰਗ ਕੀਤੀ ਹੈ ਐਂਡ ਯੂ ਹੈਵ ਟੇਕਨ ਅ ਜੋਬ ਇਨ ਅ IT ਕੰਪਨੀ, ਠੀਕ ਹੈ। ਤੁਹਾਡੇ ਮਾਈਂਡ ਵਿੱਚ ਕਲੈਰਿਟੀ ਇੰਨੀ ਹੋਣੀ ਚਾਹੀਦੀ ਹੈ ਕਿ ਮੈਂ ਇਹ ਜੋਬ ਕਿਸ ਲਈ ਕਰ ਰਹਾ ਹਾਂ ਜਾਂ ਕਿਸ ਲਈ ਕਰ ਰਹੀ ਹਾਂ, ਅਗਲੇ 5 ਸਾਲ ਵਿੱਚ ਮੈਂ ਕਿੱਥੇ ਪਹੁੰਚਣਾ ਚਾਹੁੰਦੀ ਹਾਂ, ਅਗਲੇ 10 ਸਾਲ ਵਿੱਚ ਮੈਂ ਕਿੱਥੇ ਪਹੁੰਚਣਾ ਚਾਹੁੰਦੀ ਹਾਂ। ਇੱਕ ਉਹ ਫੋਰਸਾਈਟ ਹੋਣੀ ਚਾਹੀਦੀ ਹੈ ਇਫ ਯੂ ਆਰ ਰੀਅਲੀ ਸੀਰੀਅਸ ਅਬਾਊਟ ਯੋਰ ਕਰੀਅਰ। ਕਿਉਂਕਿ ਅੱਜ ਕੱਲ੍ਹ ਕੰਪਨੀਜ਼ ਕੋਲ ਇੰਨਾ ਟਾਈਮ ਨਹੀਂ ਹੈ ਟੂ ਇਨਵੈਸਟ ਟਾਈਮ ਟੂ ਸਿਟ ਵਿਦ ਯੂ ਐਂਡ to prepare a career chart with you। ਇਹ ਤੁਹਾਨੂੰ ਖੁਦ ਕਰਨਾ ਪਏਗਾ। ਜੇ ਤੁਸੀਂ ਸੋਚਦੇ ਹੋ ਕਿ ਬਈ ਮੇਰੀ ਨੌਕਰੀ ਲੱਗ ਗਈ ਬਸ ਮੇਰੀ ਲਾਈਫ ਸੈੱਟ ਹੈ, ਇਹਦੇ ਬਾਅਦ ਸਭ ਕੁਛ ਆਪਣੇ ਆਪ ਹੋਏਗਾ, ਇੱਦਾਂ ਨਹੀਂ ਹੋਏਗਾ। ਯੂ ਹੈਵ ਟੂ ਮੇਕ 80% efforts from your side, 20% ਤੁਹਾਡਾ ਕੰਪਨੀ ਵੱਲੋਂ ਹੁੰਦਾ ਹੈ। ਸੋ ਇੱਕ ਚੀਜ਼ ਤੁਹਾਡੇ ਫੇਵਰ ਵਿੱਚ ਕੰਮ ਕਰਦੀ ਹੈ ਕਿ ਯੂ ਆਲਰੇਡੀ ਜੁਆਇੰਡ ਅ ਵੈਲ ਆਰਗੇਨਾਈਜ਼ਡ ਕੰਪਨੀ ਜਿੱਥੇ ਸਾਰਾ ਕੁਛ ਹੈ। ਨਾਓ ਰੈਸਟ ਇਜ਼ ਡਿਪੈਂਡੈਂਟ ਔਨ ਯੂ ਕਿ ਤੁਸੀਂ ਇਹਦਾ ਕਿੱਦਾਂ ਯੂਸੇਜ ਕਰਨਾ ਹੈ, ਕਿੱਦਾਂ ਤੁਸੀਂ ਇਸ ਚੀਜ਼ ਦਾ ਐਡਵਾਂਟੇਜ ਲੈਣਾ ਹੈ ਕਿ ਬਈ ਮੇਰੇ ਕੋਲ ਟ੍ਰੇਨਿੰਗ ਅਵੇਲੇਬਲ ਹੈ, ਮੈਂ ਟ੍ਰੇਨਿੰਗ ਕਰਾਂ, ਮੇਰੇ ਕੋਲ ਇਹ ਚੀਜ਼ ਅਵੇਲੇਬਲ ਹੈ, ਮੈਂ ਇਹਦਾ ਫਾਇਦਾ ਉਠਾਵਾਂ। ਸੋ ਆਈ ਥਿੰਕ ਦੈਟ ਜਿਹੜਾ ਕੰਫਰਟ ਜ਼ੋਨ ਹੈ ਉਹਦੇ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਐਂਡ ਯੂ ਨੀਡ ਟੂ ਫਾਈਂਡ ਦੈਟ ਪਰਪਸ ਕਿ ਬਈ ਮੈਂ ਇਸ ਜੋਬ ਨੂੰ ਜੁਆਇਨ ਕੀਤਾ ਹੈ, ਅੱਗੇ ਜਾ ਕੇ ਮੈਂ ਇੱਦਾਂ ਕਿੱਦਾਂ ਆਈ ਕੈਨ kind of create a career growth path for myself that will help me develop myself as a person। ਤੁਸੀਂ leadership ਦੀ ਗੱਲ ਕੀਤੀ, leadership skills। so I think for leadership it's a very famous saying ਕਿ with power comes responsibility। ਸਹੀ ਗੱਲ ਹੈ। so you have to be very clear about your purpose because ਅਗਰ ਤੁਸੀਂ ਜੁਆਇਨ ਕਰ ਲਾਈਕ ਇਫ ਆਈ ਹੈਵ ਟੂ ਟੇਕ ਐਗਜ਼ਾਮਪਲ ਫॉर ਮਾਈ ਸੈਲਫ ਆਈਲ ਸੇ ਕਿ ਬਈ ਮੈਨੂੰ ਅੱਗੇ ਜਾ ਕੇ ਲੀਡਰਸ਼ਿਪ ਰੋਲ ਲੈਣਾ ਹੈ, ਠੀਕ ਹੈ। ਵਾਟ ਇਜ਼ ਯੋਰ ਪਰਪਸ, ਕਿਉਂ ਕਰਨਾ ਚਾਹੁੰਦੇ ਹੋ, ਵਾਈ ਡੂ ਯੂ ਵਾਂਟ ਟੂ ਬੀ ਅ ਲੀਡਰ। ਤਾਂ ਫਸਟ ਕਲੈਰੀਫਾਈ ਦੈਟ ਪਰਪਸ। ਤੁਸੀਂ ਲੀਡਰ ਬਣਨਾ ਚਾਹੁੰਦੇ ਹੋ ਜਸਟ ਫॉर ਦ ਟਾਈਟਲ ਪਰਪਸ, ਇਜ਼ ਇਟ ਫॉर ਮਨੀ, ਇਜ਼ ਇਟ ਫॉर ਸਟੇਟਸ, ਔਰ ਇਜ਼ ਇਟ ਬਿਕਾਜ਼ ਯੂ ਵਾਂਟ ਟੂ ਮੇਕ ਅ ਡਿਫਰੈਂਸ ਕਿ ਤੁਸੀਂ ਕਿਸੇ ਨੂੰ ਹੈਲਪ ਕਰਨਾ ਚਾਹੁੰਦੇ ਹੋ, ਯੂ ਵਾਂਟ ਟੂ ਸ਼ੇਅਰ ਯੋਰ ਨੌਲੇਜ ਵਿਦ ਸਮਬਡੀ, you want to mentor somebody, because you have to be very careful ki leadership is not just a title, you're carrying a lot of responsibility with that title। ਮੈਨੂੰ ਲੱਗਦਾ ਜਿਹੜੇ ਤੁਸੀਂ ਪਹਿਲਾਂ 3 ਚੀਜ਼ਾਂ ਮੈਂਸ਼ਨ ਕੀਤੀਆਂ ਨਾ, ਜਿੱਦਾਂ ਮਨੀ, ਫੇਮ ਤੇ ਸਟੇਟਸ, ਉਹਦੇ ਕਰਕੇ ਇਨਸਾਨ ਉੱਥੇ ਪਹੁੰਚ ਤੇ ਜਾਊਗਾ ਪਰ ਉਹਨੂੰ ਮਜ਼ਾ ਉਸ ਲੈਵਲ ਤੇ ਤਾਂ ਹੀ ਆਊਗਾ ਜੇ ਉਹਨੇ ਡਿਫਰੈਂਸ ਕ੍ਰੀਏਟ ਕਰਨਾ। ਬਟ ਆਲਸੋ ਆਈ ਥਿੰਕ ਲੀਡਰਸ਼ਿਪ ਕਈ ਵਾਰੀ ਬੰਦੇ ਨੂੰ ਆਪਾਂ ਨੂੰ ਲੱਗਦਾ ਪਤਾ ਨਹੀਂ ਵੀ ਕੀ ਬੜੀ ਬਲਾ ਹੈ ਨਾ ਲੀਡਰ, ਮਤਲਬ ਆਈ ਥਿੰਕ ਯੂ ਕੈਨ ਬੀ ਆਪਾਂ ਇੰਡੀਆ ਤੋਂ ਆਉਣੇ ਨਾ ਆਪਾਂ ਪੋਲਿਟਿਕਸ ਹੋ ਜਾਂਦੇ ਲੀਡਰਾਂ ਵਾਲੇ ਕੰਮ ਕਰਨੇ। ਤੁਸੀਂ ਚਾਹੇ ਇੱਕ ਛੋਟੀ ਪੋਜੀਸ਼ਨ ਤੇ ਵੀ ਹੋ ਤਾਂ ਵੀ ਇੱਕ ਯੂ ਕੈਨ ਬੀ ਅ ਗੁੱਡ ਲੀਡਰ। ਯੈਸ ਐਬਸੋਲੂਟਲੀ, ਕਿਉਂਕਿ ਬੀਇੰਗ ਅ ਲੀਡਰ ਮੀਨਸ ਤੁਸੀਂ ਇੱਕ ਐਕਸੈਪਟ ਕਰਦੇ ਹੋ ਜਿੱਥੇ ਤੁਹਾਡੀ ਗਲਤੀ ਆ, ਯੂ ਡੋਂਟ ਬਲੇਮ ਅਦਰਸ, ਠੀਕ ਹੈ, ਰਿਸਪੌਂਸਿਬਿਲਿਟੀ ਲੈਂਦੇ ਹੋ ਤੁਸੀਂ ਤੇ ਹਮੇਸ਼ਾ ਤੁਸੀਂ ਯੂ ਲੀਡ ਬਾਏ ਐਗਜ਼ਾਮਪਲ, ਠੀਕ ਹੈ, ਇੱਕ ਵਧੀਆ ਐਗਜ਼ਾਮਪਲ ਬਣਦੇ ਹੋ। ਚਾਹੇ ਆਪਣੀ ਪਰਸਨਲ ਲਾਈਫ ਦੇ ਵਿੱਚ ਵੀ ਤੁਸੀਂ ਇੱਕ ਵਧੀਆ ਅਗਰ ਇਨਸਾਨ ਦੀ ਐਗਜ਼ਾਮਪਲ ਬਣਦੇ ਹੋ ਤਾਂ ਯੂ ਆਰ ਅ ਲੀਡਰ। ਸੋ ਜ਼ਰੂਰੀ ਨਹੀਂ ਤੁਹਾਨੂੰ ਵੀ ਇੱਕ ਉਹ ਲੈਵਲ ਤੇ ਕਿਤੇ ਪੋਜੀਸ਼ਨ ਤੇ ਪਹੁੰਚੇ ਹੋਣੇ ਚਾਹੀਦੇ ਫਿਰ ਹੀ ਤੁਸੀਂ ਇੱਕ ਲੀਡਰ ਹੋ, ਪਰ ਇਹ ਜਰਨੀ ਓਬਵੀਅਸਲੀ ਯੂ ਕੀਪ ਇੰਪਰੂਵਿੰਗ ਐਂਡ ਲਰਨਿੰਗ ਆਲਵੇਜ਼। ਐਬਸੋਲੂਟਲੀ। ਨੈਟਵਰਕਿੰਗ, ਲੋਕਾਂ ਨੂੰ ਮਿਲਣਾ, ਸੋਸ਼ਲਾਈਜ਼ ਹੋਣਾ, ਸਪੈਸ਼ਲੀ ਆਪਣੇ ਫੀਲਡ ਦੇ ਵਿੱਚ ਓਬਵੀਅਸਲੀ ਉਹ ਹੈਲਪ ਤਾਂ ਕਰਦਾ, ਬਟ ਮੋਸਟਲੀ ਪ੍ਰੋਬਲਮ ਸਾਡੇ ਲੋਕਾਂ ਨੂੰ ਕੀ ਆਉਂਦੀ ਆ, ਅਸੀਂ ਆਪਣੇ ਲੋਕਾਂ ਦੀ ਗੱਲ ਕਰ ਰਹੇ ਕਿਉਂਕਿ ਅਸੀਂ ਉਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ,
ਕਿ ਉਸ ਸਰਕਲ 'ਚ ਜਾਣਾ ਮੁਸ਼ਕਿਲ ਹੋ ਜਾਂਦਾ ਜਿੱਥੇ ਉਹਨਾਂ ਨੂੰ ਕੁਛ ਮਤਲਬ ਹੋਰ ਓਪਰਚੁਨਿਟੀਜ਼ ਮਿਲਣ ਜਾਂ ਡਿਫਰੈਂਟ ਉਹਨਾਂ ਨੂੰ ਪਰਸਪੈਕਟਿਵ ਸ਼ੇਅਰ ਕੀਤਾ ਜਾਵੇ, ਲਾਈਕ ਇੱਕ ਐਕਸੈਸ ਡੋਰ ਮਿਲੇ। ਉਹ ਨੈਟਵਰਕਿੰਗ ਕਿੱਦਾਂ ਹੋ ਸਕਦੀ ਹੈ ਦੂਸਰੇ ਮਤਲਬ ਸੇਮ ਕੰਪਨੀ 'ਚ ਵੀ ਕਹਿ ਲਓ ਜਾਂ ਡਿਫਰੈਂਟ ਕੰਪਨੀ 'ਚ ਕਹਿ ਲਓ, ਕਿਸ ਤਰ੍ਹਾਂ ਹੋ ਸਕਦੀ ਹੈ? I think networking no doubt ਤੁਹਾਡੇ career growth ਨੂੰ ਬਹੁਤ support ਕਰਦਾ ਹੈ। ਹਾਂਜੀ। and ਜਿਵੇਂ ਤੁਸੀਂ ਕਿਹਾ ਆਪਣੀ community, I think in some way or the other I feel ਕਿ ਸਾਡੇ ਵਿੱਚ ਇੱਕ ਫੀਅਰ ਰਹਿੰਦਾ ਹੈ ਕਿ ਅਸੀਂ ਨਾ ਸਿਰਫ ਆਪਣੇ ਲੋਕਾਂ ਨਾਲ ਗੱਲਬਾਤ ਕਰੀਏ ਜਾਂ ਆਪਣਾ ਸਰਕਲ ਬਣਾਈਏ। ਮੈਂ ਜ਼ਿਆਦਾ ਮੇਰੇ ਜਿੱਥੇ ਮੈਂ ਕੰਮ ਕਰਨੀ ਆ ਉੱਥੇ ਤਾਂ ਨਹੀਂ ਦੇਖਿਆ, ਪਰ ਆਈ ਹੈਵ ਸੀਨ ਕਾਫੀ ਕੰਪਨੀਜ਼ ਵਿੱਚ ਨਾ ਇੱਦਾਂ ਗਰੁੱਪ ਬਣ ਜਾਂਦੇ ਨੇ ਜਿਹੜੇ ਬਾਹਰ ਕੰਟਰੀਜ਼ ਵਿੱਚ ਕਹਿ ਲਓ। ਜੇ ਤੁਸੀਂ ਵੱਡੀ ਕੰਪਨੀ 'ਚ ਕੰਮ ਕਰ ਰਹੇ ਹੋ ਤਾਂ ਇੰਡੀਅਨਸ ਦਾ ਅਲੱਗ ਗਰੁੱਪ ਹੋ ਜਾਏਗਾ, ਕੋਈ ਦੂਸਰੀ ਕਮਿਊਨਿਟੀ ਦਾ ਅਲੱਗ ਗਰੁੱਪ ਬਣ ਜਾਂਦਾ ਹੈ। ਅਤੇ ਆਈ ਥਿੰਕ ਦੈਟ ਇਜ਼ not the right way ਕਿਉਂਕਿ it does not develop you further। ਜੇ ਤੁਸੀਂ ਆਪਣਾ networking internally ਬਣਾਉਣਾ ਚਾਹੁੰਦੇ ਹੋ ਤੇ you have to again come out from that comfort zone। ਸਹੀ ਗੱਲ ਹੈ ਨਾ। ਔਰ ਉਹ comfort zone ਲਈ ਕਾਫੀ ਚੀਜ਼ਾਂ ਸਾਨੂੰ unlearn ਕਰਨੀਆਂ ਪੈਣੀਆਂ ਨੇ। It's such an important thing to do is ਕਿ ਅਸੀਂ not just have a learning mindset but also there are some things you have to unlearn ਕਿਉਂਕਿ ਅਸੀਂ ਸਾਡੇ ਦਿਮਾਗ ਵਿੱਚ ਇੱਕ bias ਵੀ ਰਹਿੰਦਾ ਹੈ ਲੋਕਾਂ ਬਾਰੇ for certain community ਕਿ ਬਈ ਅਸੀਂ ਬਾਹਰ ਆਏ ਹਾਂ, ਇਹ ਬੰਦਾ ਮੈਂ ਇਹਦੇ ਨਾਲ ਜ਼ਿਆਦਾ ਟਾਈਮ ਨਹੀਂ, ਮਤਲਬ ਮੈਂ ਇਹਦੇ ਨਾਲ ਜ਼ਿਆਦਾ ਕੁਛ ਪੁੱਛ ਨਹੀਂ ਸਕਦੀ ਜਾਂ ਫਿਰ ਪਤਾ ਨਹੀਂ ਇਹਨੂੰ ਕਿੱਦਾਂ ਲੱਗੇਗਾ। I'm more comfortable talking to somebody who's from my community। 100%। So I think वो एक bias है साढ़े mind ਵਿੱਚ and maybe वो bias आया है through watching some videos या फिर watching something outside media ਵਿੱਚ ਦੇਖ ਕੇ। but I think ਜੇ ਤੁਸੀਂ genuine curiosity show ਕਰੋ you can develop that network outside your community of your community as well। so ਇਹ ਗੱਲ ਹੋ ਗਈ internally। externally I think as professionals ਕਾਫੀ ਸਾਰੇ networking opportunities ਹੁੰਦੀਆਂ ਨੇ। there are tech conferences, ਕਾਫੀ ਟੈਕ ਇਵੈਂਟਸ ਹੁੰਦੇ ਨੇ, ਕਾਫੀ ਪ੍ਰੋਫੈਸ਼ਨਲ ਇਵੈਂਟਸ ਹੁੰਦੇ ਨੇ, ਮੈਂਟਰਸ਼ਿਪ ਇਵੈਂਟਸ ਹੁੰਦੇ ਨੇ ਆਊਟਸਾਈਡ। ਇਹ ਕੰਟਰੀਜ਼ ਤੁਹਾਨੂੰ ਕਾਫੀ ਕੁਛ ਆਫਰ ਕਰਦੀਆਂ ਨੇ। ਸੋ all you have to do is keep your eyes open। ਤੁਸੀਂ ਦੇਖੋ ਕਿੱਥੇ ਕੀ ਅਵੇਲੇਬਲ ਹੈ, ਸਾਈਨ ਅਪ ਫॉर ਇਟ, go for it। ਉਹ ਸਰਚ ਕਰ ਸਕਦੇ ਇੰਟਰਨੈਟ ਤੇ। ਹਾਂਜੀ, ਕਾਫੀ ਇਫ ਯੂ ਸਰਚ ਅਪ ਰਾਈਟ ਨਾਓ ਕਿ ਮੈਲਬਨ ਵਿੱਚ ਕਿਹੜੇ ਟੈਕ ਇਵੈਂਟਸ ਹੋ ਰਹੇ ਨੇ, ਯੂ ਵਿਲ ਗੈਟ ਅ ਕੰਪਲੀਟ ਲਿਸਟ। ਹਾਂਜੀ, ਕਾਫੀ ਕੁਛ ਮਿਲਦਾ ਹੈ। ਅਤੇ ਬੀ ਕੌਨਫੀਡੈਂਟ, ਜਾਓ ਆਪਣੇ ਆਪ ਨੂੰ ਖੁਦ ਇੰਟਰੋਡਿਊਸ ਕਰੋ and show curiosity ਕਿ you're not going there with your self-interest, you're also going to learn something about somebody else। तो ਅਗਲੇ ਬੰਦੇ ਵਾਸਤੇ ਵੀ ਤੁਸੀਂ you have to show that interest, curiosity ਕਿ ਬਈ I'm here to know more about you and also share something about myself। so networking starts from that confidence and coming out of a comfort zone। so I think that's very important। ਜੇ ਤੁਸੀਂ ਮਾਈਂਡ ਨਾ ਕਰੋਗੇ ਆਪਾਂ ਇਹਨੂੰ ਥੋੜਾ ਹੋਰ ਅਨਪੈਕ ਕਰ ਸਕਦੇ, ਕਿਉਂਕਿ ਮੈਨੂੰ ਲੱਗਦਾ ਕਿ ਨੈਟਵਰਕਿੰਗ ਬੜਾ, ਜਿੱਦਾਂ ਤੁਸੀਂ ਕਿਹਾ ਕਿ ਬਹੁਤ ਇੰਪੋਰਟੈਂਟ ਫੈਕਟਰ ਹੈ ਇਹਦਾ ਕੈਰੀਅਰ ਗਰੋਥ ਦਾ। ਜਦੋਂ ਅਸੀਂ ਉੱਥੇ ਪਹੁੰਚਦੇ ਹਾਂ, ਨੈਟਵਰਕਿੰਗ ਇਵੈਂਟ 'ਤੇ ਅਸੀਂ ਪਹੁੰਚਦੇ ਹਾਂ, what should we look for? like ਸਾਡੇ ਦਿਮਾਗ 'ਚ ਕੀ ਹੋਣਾ ਚਾਹੀਦਾ ਜੇ ਕਿਸੇ ਨੂੰ ਅਪਰੋਚ ਕਰਨਾ, ਕਿੱਦਾਂ ਕਰਨਾ, ਜੇ ਕਰਨਾ ਤਾਂ who's the right person to approach? ਇੱਦਾਂ ਦਾ ਕੁਐਸਚਨਸ ਬਹੁਤ ਆਉਂਦੇ ਆ ਕਿਉਂਕਿ ਆਪਣੇ ਅੰਦਰ ਸੰਗ ਵੀ ਹੁੰਦੀ ਆ, ਸ਼ਾਈਨੈਸ ਵੀ ਹੁੰਦੀ ਹੈ, ਕਈ ਵਾਰੀ ਕੌਨਫੀਡੈਂਸ ਵੀ ਘੱਟ ਹੁੰਦਾ, ਸਪੈਸ਼ਲੀ ਫਸਟ ਟਾਈਮ ਜਦੋਂ ਇੱਦਾਂ ਦੇ ਇਵੈਂਟ 'ਤੇ ਜਾਂਦੇ। ਆਈ ਥਿੰਕ ਜਦੋਂ ਤੁਸੀਂ ਇੱਦਾਂ ਦੇ ਇਵੈਂਟ ਵਿੱਚ ਜਾਂਦੇ ਹੋ, ਇੱਕ ਤੁਹਾਡੇ ਫੇਵਰ ਵਿੱਚ ਇੱਕ ਇੱਕ ਚੀਜ਼ ਹੁੰਦੀ ਹੈ ਕਿ ਯੂ ਆਰ ਅਮੰਗਸਟ the same community of professionals। ਹੈ ਨਾ। ਅਤੇ ਤੁਹਾਡੇ ਕੋਲ ਇੱਕ ਕਾਮਨ ਲਿੰਕ ਹੈ ਕਿ ਤੁਸੀਂ ਜੋ ਵੀ ਟੋਪਿਕ ਉੱਥੇ ਡਿਸਕਸ ਹੋ ਰਿਹਾ ਹੈ ਉਹਦੇ ਬਾਰੇ ਯੂ ਕੈਨ ਸਟਾਰਟ ਅ ਕਨਵਰਸੇਸ਼ਨ। I have attended multiple events ਜਿੱਥੇ ਕਿ ਸਪੀਕਰਸ ਦੇ ਨਾਲ you can go introduce yourself and you can say ਕਿ ਬਈ ਮੈਨੂੰ ਤੁਹਾਡਾ ਇਹ ਸਪੀਕਿੰਗ ਸੈਸ਼ਨ ਬਹੁਤ ਵਧੀਆ ਲੱਗਿਆ। I have some follow up questions। ਤੁਸੀਂ curious, again you're showing interest in the other person। ਤੁਸੀਂ follow up question ਪੁੱਛ ਸਕਦੇ ਹੋ। if not a speaker, ਤੁਸੀਂ general ਕਿਸੇ professional ਨੂੰ ਮਿਲ ਰਹੇ ਹੋ, introduce yourself, ask about themselves and ask ਜਦੋਂ ਅਗਲਾ ਬੰਦਾ ਤੁਹਾਨੂੰ ਆਪਣੇ ਬਾਰੇ ਦੱਸ ਰਿਹਾ ਹੈ, ਤੁਸੀਂ you can ask follow up questions। so again show that curiosity
that will build the confidence in itself. And एक common link ਤੁਹਾਡੇ ਕੋਲ already ਹੈ because you're a part of that professional network. ਕਿਉਂਕਿ ਇਹ ਸਾਰੇ events ਜਿਹੜੇ ਹੁੰਦੇ ਨੇ specialized events ਹੁੰਦੇ ਨੇ, like you know we have human resources conferences, ਉਹ ਅਲੱਗ ਹੁੰਦੀਆਂ ਨੇ, tech conferences ਅਲੱਗ ਹੁੰਦੀਆਂ ਨੇ, marketing conferences ਅਲੱਗ ਹੁੰਦੀਆਂ ਨੇ, sales conference ਅਲੱਗ ਹੁੰਦੀ ਹੈ. So you are amongst the same community of professionals ਜਿੱਥੇ ਤੁਹਾਨੂੰ there is no dearth of questions, ਕਿਉਂਕਿ ਕਾਫੀ ਕੁਛ opportunities ਹੈ ਜਿਹੜੀਆਂ ਤੁਸੀਂ you know explore ਕਰ ਸਕਦੇ ਹੋ in terms of ਕਿ ਮੈਂ ਇਹਦੇ ਕੋਲੋਂ ਕੀ ਪੁੱਛਣਾ ਹੈ ਜਾਂ ਇਹਦੇ ਕੋਲੋਂ ਕੀ gain ਕਰਨਾ ਹੈ. And it all starts with an introduction. All you have to do is you go and introduce yourself. ਸਹੀ ਗੱਲ ਅਸੈਪਟ ਕਰਨਾ ਪੈਣਾ ਕਿ ਫਸਟ ਟਾਈਮ ਤਾਂ ਸੰਗ ਲੱਗੂਗੀ, ਉਹਦਾ ਕੋਈ ਇਲਾਜ ਵੀ ਨਹੀਂ ਹੈਗਾ, ਕਈ ਵਾਰੀ ਵੀ ਅਸੈਪਟ ਕਰਨਾ ਬਹੁਤ ਜ਼ਰੂਰੀ. ਆਈ ਥਿੰਕ ਜ਼ਿਆਦਾਤਰ ਆਪਣੇ ਦਿਮਾਗ 'ਚ ਹੀ ਚੱਲ ਰਿਹਾ ਹੁੰਦਾ, ਲੋਕ ਤਾਂ ਨਹੀਂ ਉਹਨਾਂ ਸੋਚ ਰਹੇ ਹੁੰਦੇ. ਤੇ ਮੈਨੂੰ ਵੀ ਐਜ਼ ਜਿਵੇਂ ਮੈਂ ਹੁਣ ਪੱਗ ਬੰਨ੍ਹਦਾ, ਮੈਂ ਇੱਦਾਂ ਕਈ ਵਾਰੀ ਇੱਦਾਂ ਅਪਰੋਚ ਕੀਤਾ ਤਾਂ ਮੇਰੇ ਦਿਮਾਗ 'ਚ ਹੀ ਚੱਲ ਰਿਹਾ ਸੀ, ਪਰ ਮੈਂ ਰਿਸਕ ਲਿੱਤਾ. ਮੈਂ ਜਾ ਕੇ ਜਸਟ ਇੰਟਰੋਡਿਊਸ ਮਾਈ ਸੈਲਫ ਜਿਵੇਂ ਤੁਸੀਂ ਕਿਹਾ, ਤੇ ਆਪਣੇ ਆਪ ਹੀ ਉਦੋਂ ਮੈਨੂੰ ਰੀਅਲਾਈਜ਼ ਹੋਇਆ ਤਾਂ ਮੈਂ ਆਪ ਹੀ ਸੋਚ ਰਿਹਾ ਸੀ ਆਪਣੇ ਦਿਮਾਗ 'ਚ. ਉਹ ਤਾਂ ਮਤਲਬ ਇੰਨਾ ਅਗਲਾ ਮੋਸਟਲੀ ਪੀਪਲ ਆਰ ਸੋ ਐਕਸਾਈਟਡ ਹੈਲਪ ਕਰਨ ਲਈ, ਹੈ ਨਾ, ਤੇ ਵਿਲਿੰਗ ਹੁੰਦੇ ਨੇ ਉਹ ਆਨਸਰ ਕਰਨ ਨੂੰ ਕੁਐਸਚਨ ਵੀ ਮੈਨੂੰ ਕੋਈ ਪੁੱਛਣ ਆਇਆ. ਇੱਕ ਆਪਾਂ ਇਮੀਗ੍ਰੈਂਟਸ ਦੀ ਜ਼ਰੂਰ ਆਪਾਂ ਗੱਲਬਾਤ ਕਰੀਏ ਕਿ ਜਦ ਆਪਾਂ ਕੰਟਰੀ ਦੇ ਵਿੱਚ ਆਉਂਦੇ ਹਾਂ ਤਾਂ ਜ਼ਿਆਦਾਤਰ ਓਬਵੀਅਸਲੀ ਗੱਲ ਹੁੰਦੀ ਹੈ ਨਾ, ਆਪਾਂ ਪੰਜਾਬੀਆਂ ਤਾਂ ਪੰਜਾਬੀਆਂ ਨਾਲ ਰਹਿੰਦੇ ਹਾਂ, ਤਾਂ ਆਪਣੇ ਰਿਸ਼ਤੇਦਾਰ ਹੁੰਦੇ ਨੇ ਜਾਂ ਹੈ ਨਾ, ਤਾਂ ਉਹੀ ਆਪਣਾ ਇੱਕ ਸਰਕਲ ਜਿਹਾ ਹੁੰਦਾ ਅਤੇ ਉਹਨਾਂ ਕੀ ਦਾਇਰੇ 'ਚ ਆਪਾਂ ਨੂੰ ਦਿਖ ਰਿਹਾ ਹੁੰਦਾ. ਓਬਵੀਅਸਲੀ ਗੱਲ ਜਿੰਨੀ ਕੁ ਉਹਨਾਂ ਦੀ ਨੌਲੇਜ ਆ, ਆਪਣੀ ਨੌਲੇਜ ਆ, ਹੈ ਨਾ, ਉੱਥੇ ਕੀ ਆਪਾਂ ਦੇਖ ਰਹੇ ਹੁੰਦੇ ਹਾਂ ਤਾਂ ਉਹ ਉਨੀਆਂ ਕੀ ਓਪਰਚੁਨਿਟੀਜ਼ ਆਪਾਂ ਨੂੰ ਦਿਖ ਰਹੀਆਂ ਹੁੰਦੀਆਂ ਨੇ. ਅਤੇ ਜ਼ਿਆਦਾਤਰ ਮਤਲਬ ਜਿੱਦਾਂ ਉਹ ਰਿਕਮੈਂਡ ਕਰਦੇ ਨੇ ਉੱਦਾਂ ਹੀ ਆਪਾਂ ਸ਼ੁਰੂ ਕਰ ਲੈਂਦੇ ਹਾਂ, ਵਿਚ ਇਜ਼ ਨੋਟ ਬੈਡ ਥਿੰਗ, ਹੈ ਨਾ. ਚਾਹੇ ਡਰਾਈਵਿੰਗ ਕਹਿ ਲਓ, ਕੋਈ ਕੰਮ ਮਾੜਾ ਨਹੀਂ ਹੈਗਾ ਅਤੇ ਸਾਰੇ ਕੰਮ ਵਧੀਆ ਨੇ. ਪਰ ਇਹ ਮੈਨੂੰ ਲੱਗਦਾ ਕਿ ਹੋਰ ਵੀ ਕਈ ਵਾਰੀ ਓਪਰਚੁਨਿਟੀਜ਼ ਹੁੰਦੀਆਂ ਨੇ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਲਈ ਵੀ, ਅਤੇ ਉਹ ਖੁਦ ਵੀ ਕਈ ਵਾਰੀ ਕਰਨਾ ਚਾਹੁੰਦੇ ਹੁੰਦੇ ਨੇ, ਜਾਂ ਉਹਨਾਂ ਨੂੰ ਵਿਜ਼ਨ ਨਹੀਂ ਦਿਖ ਰਿਹਾ ਹੁੰਦਾ, ਜਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਹੋਰ ਵੀ ਆਪਾਂ ਕੀ ਕਰ ਸਕਦੇ ਹਾਂ, ਚਾਹੇ ਆਪਣੀ ਲਿਵਿੰਗ ਅਰਨ ਕਰਨ ਲਈ ਅਤੇ ਅੱਗੇ ਉਹਨਾਂ ਨੇ ਅਗਰ ਕੋਈ ਕਰੀਅਰ ਬਿਲਡ ਕਰਨਾ. ਸੋ ਉਹਦੇ ਲਈ ਤੁਸੀਂ ਕੀ ਰਿਕਮੈਂਡ ਕਰ ਸਕਦੇ ਹੋ ਹੋਰ ਐਕਸਪਲੋਰ ਕਰਨ ਲਈ, ਤਾਂ ਕਿ ਉਹ ਬੈਟਰ ਆਪਣੀ ਲਾਈਫ ਸ਼ੁਰੂ ਕਰ ਸਕਣ ਐਜ਼ ਏ ਇਮੀਗ੍ਰੈਂਟ? ਆਈ ਥਿੰਕ ਜੇ ਅਸੀਂ ਅਕਰੋਸ ਦਾ ਸਪੈਕਟਰਮ ਇੰਡਸਟਰੀਜ਼ ਦੀ ਗੱਲ ਕਰੀਏ, ਜਿਵੇਂ ਤੁਸੀਂ ਕਿਹਾ ਟਰੱਕਿੰਗ ਹੋ ਗਿਆ, ਜਾਂ ਫਿਰ ਕੋਈ ਐਜ਼ ਸਟੂਡੈਂਟਸ ਕਈ ਔਡ ਜੋਬਸ ਵੀ ਲੈ ਲੈਂਦੇ ਨੇ, ਯੂ ਨੋ, ਟਿਲ ਦੇ ਗੈਟ ਅ ਪ੍ਰੋਪਰ ਜੋਬ. ਐਂਡ ਤੁਹਾਡਾ ਜਿਹੜਾ ਪੁਆਇੰਟ ਹੈ ਕਿ ਬਈ ਅਸੀਂ ਸਿਰਫ ਕਮਿਊਨਿਟੀ ਵਿੱਚ ਇੰਟਰੈਕਟ ਕਰਦੇ ਹਾਂ, ਯੈਸ, ਉਹ ਇਨੀਸ਼ੀਅਲੀ ਮੇ ਬੀ ਦੈਟ ਵਿਲ ਹੈਲਪ ਯੂ ਟੂ ਗੇਨ ਕੌਨਫੀਡੈਂਸ, ਉਹ ਜ਼ਰੂਰਤ ਹੁੰਦੀ ਹੈ. ਮੈਂ ਖੁਦ ਕੀਤਾ ਹੈ. ਅਸੀਂ ਜਦੋਂ ਆਏ ਸੀ ਅਸੀਂ ਇਨੀਸ਼ੀਅਲੀ ਸਿਰਫ ਫੈਮਿਲੀ ਦੇ ਨਾਲ ਹੀ ਰਹਿੰਦੇ ਸੀ, ਕਿਉਂਕਿ ਸਾਨੂੰ ਉਹ ਕੰਫਰਟ ਲੱਗਦਾ ਸੀ, ਕਿਉਂਕਿ ਤੁਸੀਂ ਨਵੀਂ ਕੰਟਰੀ ਵਿੱਚ ਆਏ ਹੋ, ਤੁਸੀਂ ਸੈੱਟ ਹੋ ਰਹੇ ਹੋ, ਅਤੇ ਤੁਹਾਨੂੰ ਉਹ ਇੱਕ ਕੰਫਰਟ ਜ਼ੋਨ ਚਾਹੀਦੀ ਹੈ ਜਿੱਥੇ ਕੋਈ ਬੰਦਾ ਤੁਹਾਡੀ ਆਪਣੀ ਕਮਿਊਨਿਟੀ ਦਾ ਜਾਂ ਆਪਣੀ ਫੈਮਿਲੀ ਦਾ, ਆਪਣੇ ਫਰੈਂਡ ਸਰਕਲ ਦਾ ਮਿਲੇ, ਜਿਹੜਾ ਤੁਹਾਨੂੰ ਕਿ ਸਪੋਰਟ ਕਰ ਸਕਦਾ, ਸਪੋਰਟ ਕਰੇ, ਔਰ ਤੁਹਾਨੂੰ ਇੱਕ ਕੰਫਰਟ ਜ਼ੋਨ ਵਿੱਚ ਲੈ ਕੇ ਆਏ ਕਿ ਭਾਈ ਤੁਹਾਨੂੰ ਉਹ ਕਲਚਰਲ ਸ਼ੌਕ ਨਾ ਹੋਏ ਇੱਕਦਮ ਆ ਕੇ. ਤਾਂ ਉਹ ਤੁਹਾਨੂੰ ਉਹ ਸਪੋਰਟ ਦੀ ਲੋੜ ਪੈਂਦੀ ਹੈ ਇਨੀਸ਼ੀਅਲੀ. ਬਟ ਐਜ਼ ਮੱਚ ਐਜ਼ ਦੈਟ ਇਜ਼ ਇੰਪੋਰਟੈਂਟ, ਉਹਦੇ ਤੋਂ ਬਾਹਰ ਨਿਕਲਣਾ ਵੀ ਬਹੁਤ ਜ਼ਰੂਰੀ ਹੈ ਇਫ ਯੂ ਵਾਂਟ ਟੂ ਡਿਫਰੈਂਸ਼ੀਏਟ. ਸੋ ਅਸੀਂ ਕਹਿੰਦੇ ਹਾਂ ਉਹਨੂੰ ਕਿ ਪਹਿਲੇ ਇੰਟੀਗ੍ਰੇਟ ਕਰੋ ਆਪਣੇ ਆਪ ਨੂੰ, ਐਂਡ ਦੈਨ ਡਿਫਰੈਂਸ਼ੀਏਟ ਐਸ ਵੈਲ. ਕਿਉਂਕਿ ਤੁਸੀਂ ਜਦੋਂ ਆਏ ਹੋ ਕੰਟਰੀ ਵਿੱਚ, ਤੁਹਾਡਾ ਵੀ ਇੱਕ ਬੈਕਗਰਾਊਂਡ ਹੈ, ਯੂ ਨੋ, ਤੁਹਾਡਾ ਐਜੂਕੇਸ਼ਨ ਐਕਸਪੀਰੀਅੰਸ, ਤਾਂ ਤੁਹਾਨੂੰ ਖੁਦ ਨੂੰ ਵੀ ਆਪਣਾ ਸੈਲਫ ਇਵੈਲੂਏਸ਼ਨ ਕਰਨਾ ਚਾਹੀਦਾ ਕਿ ਬਈ ਮੈਂ ਆਈ ਹੈਵ ਨਾਟ ਕਮ ਹੀਅਰ ਵਿਦ ਜ਼ੀਰੋ ਸਕਿੱਲਸ, ਮੇਰੇ ਕੋਲ ਵੀ ਐਜੂਕੇਸ਼ਨ ਔਰ ਐਕਸਪੀਰੀਅੰਸ ਹੈ, ਔਰ ਇਸ ਲਈ ਮੈਂ ਇੱਥੇ ਆਇਆ ਹਾਂ. ਐਂਡ you know, make sure ki you remain confident in your background. That confidence is very important. 100%. And once you carry that confidence, you can go and talk to anybody. ਮੈਂ ਜਿਵੇਂ ਕਾਫੀ ਸ਼ਾਪ ਵਿੱਚ ਵੀ ਜਾਂਦੀ ਹਾਂ, ਮੈਂ ਕਿਸੇ ਕੋਲੋਂ ਕਾਫੀ ਲਵਾਂਗੀ, ਮੈਂ ਉਹਦੇ ਨਾਲ ਵੀ ਦੋ ਤਿੰਨ ਗੱਲਾਂ ਮਾਰ ਲੈਂਦੀ ਹਾਂ ਕਿ ਬਈ ਯੂ ਨੋ, ਪੁੱਛ ਲਓ ਬਈ ਹਾਊ ਇਜ਼ ਯੋਰ ਡੇ, ਹਾਊ ਆਰ ਯੂ ਡੂਇੰਗ, ਯੂ ਨੋ, ਕਿ ਤੁਸੀਂ ਕੀ ਕਰਦੇ ਹੋ, ਯੂ ਨੋ, ਡੂ ਯੂ ਵਰਕ. ਜੇ ਅਗਲੇ ਬੰਦੇ ਕੋਲ ਜ਼ਿਆਦਾ ਟਾਈਮ ਹੈ ਅਤੇ ਉਹਦੇ ਕੋਲ, you know, you can ask few questions. That is a start point of building that network. ਕਿਉਂਕਿ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਕੋਈ ਇੱਕ ਇਵੈਂਟ ਵਿੱਚ ਜਾਣਾ ਹੀ ਹੈ ਜਾਂ ਸਾਈਨ ਅਪ ਕਰਨਾ ਹੈ. ਨੈਟਵਰਕਿੰਗ ਕੈਨ ਸਟਾਰਟ ਐਨੀਵੇਅਰ ਕਰ ਸਕਦੇ ਹੋ. ਤੁਸੀਂ ਟ੍ਰੇਨ ਵਿੱਚ ਬੈਠੇ ਹੋ, ਤੁਸੀਂ 1 ਘੰਟੇ ਦਾ ਸਫ਼ਰ ਕਰ ਰਹੇ ਹੋ, ਤੁਹਾਡੇ ਸਾਹਮਣੇ ਕੋਈ ਬੈਠਾ ਹੈ, ਕੋਈ ਬੰਦੇ ਨੇ ਕੋਈ ਕਿਸੇ ਨੇ ਤੁਹਾਨੂੰ ਸਮਾਈਲ ਦਿੱਤੀ ਜਾਂ ਤੁਹਾਡੇ ਕੋਲ ਕੁਝ ਪੁੱਛਿਆ, ਤੁਸੀਂ ਉੱਥੇ ਸਟਾਰਟ ਕਰ ਲਓ ਆਪਣੀ ਨੈਟਵਰਕਿੰਗ, ਹੈ ਨਾ. ਗੱਲਾਂ 'ਚ ਕਾਫੀ ਕੁਝ ਪਤਾ ਚੱਲ ਜਾਂਦਾ ਹੈ. ਹਾਂਜੀ. ਸੋ ਇਟ ਡਿਪੈਂਡਸ ਕਿ ਤੁਸੀਂ ਆਪਣੇ ਆਪ ਨੂੰ ਕਿੰਨਾ ਓਪਨ ਰੱਖਣਾ ਚਾਹੁੰਦੇ ਹੋ, ਬਿਕਾਜ਼
I think that is the biggest advantage ਕਿ ਤੁਸੀਂ ਨਵੇਂ ਆਏ ਹੋ ਕੰਟਰੀ ਵਿੱਚ ਅਤੇ ਤੁਸੀਂ ਅਗਲੇ ਬੰਦੇ ਨੂੰ ਕੋਈ ਵੀ ਸਵਾਲ ਪੁੱਛਦੇ ਬਈ ਅਸੀਂ ਨਵੇਂ ਆਏ ਹਾਂ I want to know ਕਿ ਇਸ ਜਗ੍ਹਾ ਵਿੱਚ ਕੀ ਜਗ੍ਹਾਵਾਂ ਹੈ ਘੁੰਮਣ ਲਈ it starts from there and ਹੌਲੀ ਹੌਲੀ ਤੁਹਾਨੂੰ ਪਤਾ ਚੱਲਦਾ ਹੈ when I came ਮੈਂ ਕਾਫੀ ਲੋਕਾਂ ਨੂੰ ਮਿਲੀ ਸੀ ਇਨੀਸ਼ੀਅਲੀ ਸਿਡਨੀ ਵਿੱਚ ਜੋ ਮੇਰੇ ਨਾਲ ਹਲੇ ਵੀ ਟੱਚ ਵਿੱਚ ਨੇ ਭਲੇ ਉਹ ਮੇਰੇ ਪ੍ਰੋਫੈਸ਼ਨਲ ਨੈਟਵਰਕ ਵਿੱਚ ਨਹੀਂ ਹੈ they are doing something else but they are good friends तो ਉੱਥੋਂ ਹੀ ਤੁਹਾਡਾ ਨੈਟਵਰਕ ਬਿਲਡ ਹੋ ਜਾਂਦਾ ਹੈ ਕਿ it need not be only in an event or in a conference it can be anywhere ਇਹ ਤੁਸੀਂ ਇੱਕ ਚੀਜ਼ ਵਧੀਆ ਐਡ ਕੀਤੀ ਜਿਹੜੀ ਇੰਪਰਫੈਕਸ਼ਨਸ ਕਿ ਪਹਿਲਾਂ ਹੀ ਦੱਸ ਦੇਣਾ ਕਿ ਮੈਂ ਨਵੀਂ ਇਸ ਕੰਟਰੀ 'ਚ ਆਇਆ ਮੈਨੂੰ ਲੱਗਦਾ ਉਹਦੇ ਨਾਲ ਅਗਲਾ ਬੰਦਾ ਆਟੋਮੈਟਿਕਲੀ ਸਵਿਚ ਔਨ ਹੋ ਜਾਂਦਾ ਕਿ ਹਾਂ ਮੈਂ ਇਹਨੂੰ ਐਜ਼ ਮੱਚ ਐਜ਼ ਇਨਫੋਰਮੇਸ਼ਨ ਦੇ ਸਕਦਾ ਉਹ ਚੀਜ਼ ਬਹੁਤ ਇੰਪੋਰਟੈਂਟ ਹੈ ਪਰ ਉਹ ਆਪਣੇ ਆਪ ਲਈ ਐਕਸੈਪਟ ਕਰਨਾ ਕਿ ਅਸੀਂ ਆਪਣੀ ਇੰਪਰਫੈਕਸ਼ਨ ਨੂੰ ਅਗਲੇ ਸਾਹਮਣੇ ਰੱਖੀਏ ਉਹ ਬੜੀ ਵੱਡੀ ਚੀਜ਼ ਹੈ ਕਿਉਂਕਿ ਕਈ ਵਾਰੀ ਅਸੀਂ ਇੱਕ ਕਹਿ ਲਓ ਕਿ ਆਪਣੇ ਆਪ 'ਤੇ ਪਰਦਾ ਪਾ ਕੇ ਰੱਖਦੇ ਹਾਂ ਕਿ ਸਾਨੂੰ ਸਾਰਾ ਕੁਛ ਆਉਂਦਾ ਮਤਲਬ ਆਪਾਂ ਸ਼ਟ ਆਫ ਕਰਤਾ ਕਿ ਕੋਈ ਸਾਨੂੰ ਕੁਛ ਦੱਸ ਹੀ ਨਹੀਂ ਸਕਦਾ ਕਿਉਂਕਿ ਅਸੀਂ ਪਰਫੈਕਟ ਮਿਸਟਰ ਪਰਫੈਕਟ ਬਣ ਗਏ ਜਾਂ ਮਿਸਿਸ ਪਰਫੈਕਸ਼ਨ ਬਣ ਗਏ ਉੱਦਾਂ ਵੀ ਆਈ ਥਿੰਕ ਉਹ ਬੈਲੈਂਸ ਬਹੁਤ ਜ਼ਰੂਰੀ ਹੈ ਦੋਨੋਂ ਤਰਫਾਂ ਓਵਰ ਕੌਨਫੀਡੈਂਟ ਐਂਡ ਅੰਡਰ ਕੌਨਫੀਡੈਂਟ ਉਹ ਦੋਨੋਂ ਨਹੀਂ ਹੋਣੇ ਚਾਹੀਦੇ ਯੂ ਨੀਡ ਟੂ ਬੀ ਇਨ ਬਿਟਵੀਨ ਮੈਨੂੰ ਆਈ ਥਿੰਕ ਇੱਕ ਵਰਡ ਹੈ ਜਿਹਦੇ ਨਾਲ ਮੈਨੂੰ ਕਾਫੀ ਇਰੀਟੇਸ਼ਨ ਹੁੰਦੀ ਹੈ ਵਿਚਾਰਾ ਜਾਂ ਵਿਚਾਰੀ ਜਦੋਂ ਅਸੀਂ ਕਹਿੰਦੇ ਨਾ ਵਿਚਾਰੀ ਨਵੀਂ ਆਈ ਹੈ ਵਿਚਾਰਾ ਬੜਾ ਨਵਾਂ ਹੈ ਆਈ ਹੇਟ ਦੈਟ ਵਰਡ ਵਿਚਾਰਾ ਵਿਚਾਰੀ ਬਿਲਕੁਲ ਨਾ ਕਹੋ ਕਿਉਂਕਿ ਇੱਥੇ ਕੋਈ ਵਿਚਾਰਾ ਵਿਚਾਰੀ ਨਹੀਂ ਹੈ ਤੁਸੀਂ ਇਹ ਡਿਸੀਜ਼ਨ ਲਿਆ ਹੈ ਬਾਹਰ ਆਉਣ ਦਾ it is your decision ਠੀਕ ਹੈ ਔਰ ਜੇ ਤੁਸੀਂ ਆਏ ਹੋ you have come with some background ਹੈ ਨਾ ਤਾਂ ਉਹਦੇ ਵਿੱਚ ਤੁਸੀਂ ਆਪਣਾ ਕੌਨਫੀਡੈਂਸ ਰੱਖਣਾ ਹੈ ਕੌਨਫੀਡੈਂਸ ਇੰਨਾ ਰੱਖਣਾ ਹੈ ਕਿ ਉਹ ਓਵਰ ਕੌਨਫੀਡੈਂਟ ਵਿੱਚ ਸਟੈਪ ਨਹੀਂ ਕਰਨਾ ਹੈ ਬਟ ਯੂ ਨੀਡ ਟੂ ਬੀ ਅਵੇਅਰ ਸੈਲਫ ਅਵੇਅਰਨੈਸ ਹੋਣੀ ਚਾਹੀਦੀ ਹੈ ਸੋ with that self awareness when you talk to somebody it shows ਕਿ ਬਈ ਤੁਸੀਂ you are confident of your background but you are also open to learn so ek a very I would say required balance hona chahiye which differentiates you from being overconfident or underconfident so ਆਪਾਂ ਹੋਰ ਥੋੜਾ ਮੈਂ ਡਿਟੇਲ 'ਚ ਜਾਣਾ ਚਾਹੁੰਦਾ ਕੌਨਫੀਡੈਂਸ ਨੂੰ ਲੈ ਕੇ ਕਿ ਇੱਕ ਤਾਂ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਲੋਕ ਹੈ ਨਾ ਇੱਕ ਜਮੀ ਕੌਨਫੀਡੈਂਟ ਨਹੀਂ ਹੁੰਦੇ ਉਹ ਇਨਸਿਕਿਉਰ ਫੀਲ ਕਰਦੇ ਨੇ ਆਪਦੇ ਆਪ 'ਚ ਇਹਦੇ 'ਚ ਬੈਲੈਂਸ ਕਿਵੇਂ ਫਾਈਂਡ ਕਰ ਸਕਦੇ ਕਿ ਆਪਦੇ ਆਪ 'ਚ ਆਪਾਂ ਬਲੀਫ ਵੀ ਹੈਗਾ ਕੌਨਫੀਡੈਂਸ ਵੀ ਹੈਗਾ ਅਤੇ ਪਰ ਜ਼ਿਆਦਾ ਆਕੜ ਵੀ ਨਹੀਂ ਹੈਗੀ ਹਾਂਜੀ I think I would say it starts from your upbringing ਜਿਹੜਾ ਅਸੀਂ as families ਤੁਸੀਂ ਵੇਖਿਆ ਹੋਣਾ ਐਂਡ ਸਾਡੇ ਨਾਲ ਵੀ ਕਾਫੀ ਸਾਡੇ ਨਾਲ ਬੀਤੀ ਹੈ ਕਿ ਸਾਡੇ ਰਿਸ਼ਤੇਦਾਰ ਜਾਂ ਸਾਡੀ ਫੈਮਿਲੀ ਕਾਫੀ ਚੜਾ ਕੇ ਰੱਖਦੇ ਨੇ ਕਹਿੰਦੇ ਕਿ ਹਾਂ ਬਈ ਚਲੋ ਬਈ ਤੁਸੀਂ ਗ੍ਰੈਜੂਏਸ਼ਨ ਲੈ ਲਈ ਕੋਈ ਗੱਲ ਨਹੀਂ 60% ਆਏ ਹੈ ਤਾਂ ਵੀ ਬਹੁਤ ਵਧੀਆ ਲੱਡੂ ਵੰਡੋ ਇਹ ਕਰੋ ਕਾਫੀ ਕੁਛ ਹਾਈ ਪੈਡੈਸਟਲ 'ਤੇ ਰੱਖਦੇ ਨੇ ਫੈਮਿਲੀ ਵਿਚ ਇਜ਼ ਗੁੱਡ ਆਈ ਥਿੰਕ ਨਥਿੰਗ ਰੋਂਗ ਵਿਦ ਇਟ ਬਿਕਾਜ਼ ਐਜ਼ ਅ ਫੈਮਿਲੀ ਦੈਟ ਹੈਲਪਸ ਯੂ ਬਿਲਡ ਦੈਟ ਕੌਨਫੀਡੈਂਸ ਬਟ ਇਟ ਇਜ਼ ਆਲਸੋ ਇੰਪੋਰਟੈਂਟ ਕਿ ਤੁਸੀਂ ਸੈਲਫ ਅਵੇਅਰ ਕਿੰਨਾ ਹੋ ਆਪਣੇ ਬਾਰੇ ਸਾਡੇ ਕਾਫੀ ਲੋਕ ਘੱਟ ਹੁੰਦੇ ਨੇ ਜਿਹੜੇ ਕਿ ਫੀਡਬੈਕ ਸੀਖ ਕਰਦੇ ਨੇ ਅਸੀਂ ਪੁੱਛਦੇ ਨਹੀਂ ਹਾਂ ਕਿਸੇ ਨੂੰ ਕਿ ਬਈ ਤੁਹਾਨੂੰ ਕਿੱਦਾਂ ਲੱਗ ਰਿਹਾ ਹੈ ਕਿ ਮੈਂ ਸਹੀ ਕਰ ਰਿਹਾ ਕਿ ਨਹੀਂ ਕਰ ਰਹੀ ਹਾਂ ਬਹੁਤ ਘੱਟ ਲੋਕ ਹੁੰਦੇ ਨੇ ਜਿਨ੍ਹਾਂ ਕੋਲੋਂ ਆਈ ਡੋਂਟ ਵਾਂਟ ਟੂ ਸੇ ਈਗੋ ਬਟ ਆਈ ਥਿੰਕ ਉਹ ਇੱਕ ਫਿਲਟਰ ਜਿਹਾ ਆ ਜਾਂਦਾ ਹੈ ਜਿਹਦੇ ਤੁਹਾਨੂੰ ਲੱਗਦਾ ਹੈ ਕਿ ਬਈ ਜੋ ਮੈਂ ਕਰ ਰਿਹਾ ਸਹੀ ਕਰ ਰਿਹਾ ਆਪਣੇ ਬਬਲ 'ਚ ਰਹਿਣਾ ਹਾਂਜੀ ਤੁਸੀਂ ਯੂ ਰਿਮੇਨ ਇਨ ਦੈਟ ਬਬਲ so it is important to come out of that bubble and seek feedback and how you can do that is seek feedback with people ਜਿਨ੍ਹਾਂ ਕੋਲ ਤੁਹਾਨੂੰ ਪਤਾ ਹੈ ਕਿ ਇਹਨਾਂ ਨੂੰ ਤੁਹਾਡੇ ਗਰੋਥ ਵਿੱਚ ਜੈਨੂਇਨ ਇੰਟਰਸਟ ਹੈ ਲਾਈਕ ਯੋਰ ਫਰੈਂਡਸ ਠੀਕ ਹੈ ਸੋ ਤੁਸੀਂ ਫਰੈਂਡਸ ਨੂੰ ਪੁੱਛ ਸਕਦੇ ਹੋ ਕਿ ਤੁਹਾਨੂੰ ਬੁਰਾ ਵੀ ਨਹੀਂ ਲੱਗੇਗਾ ਤੁਹਾਡਾ ਫਰੈਂਡ ਤੁਹਾਨੂੰ ਕੁਝ ਕਹੇਗਾ ਕਿ ਬਈ ਜਦੋਂ ਤੁਸੀਂ ਸਮਝ ਲਓ ਤੁਸੀਂ ਜਦੋਂ ਬੋਲਦੇ ਹੋ ਤੁਸੀਂ ਇਹ ਵਰਡ ਦਾ ਬਹੁਤ ਜ਼ਿਆਦਾ ਇਸਤੇਮਾਲ ਕਰ ਰਹੇ ਹੋ ਸੋ ਦਿਸ ਇਜ਼ ਨਾਟ ਹੈਲਪਫੁਲ ਸੋ ਜਿਵੇਂ ਤੁਸੀਂ ਕਿਸੇ ਇੰਟਰਵਿਊ ਲਈ ਜਾ ਰਹੇ ਹੋ ਅਗਲੇ ਬੰਦੇ ਕੋਲੋਂ ਫੀਡਬੈਕ ਪੁੱਛੋ ਹਮੇਸ਼ਾ ਕਿ ਬਈ ਹਾਊ ਡਿਡ ਆਈ ਪਰਫਾਰਮ ਬਿਕਾਜ਼ ਥੀਜ਼ ਆਰ ਦਾ ਪੁਆਇੰਟਰਸ ਦੈਟ ਵਿਲ ਹੈਲਪ ਯੂ ਸਟਰਾਈਕ ਦੈਟ ਬੈਲੈਂਸ ਕਿਉਂਕਿ ਅਦਰਵਾਈਜ਼ ਤੁਹਾਡਾ ਜਿਹੜਾ ਉਹ ਕਹਿੰਦੇ ਨਾ ਪਲੜਾ ਇੱਕ ਪਾਸੇ ਭਾਰੀ ਰਹੇਗਾ ਤੁਹਾਨੂੰ ਲੱਗੇਗਾ ਕਿ ਬਈ
ਸਾਨੂੰ ਤੇ ਫੈਮਿਲੀ ਨੇ ਇਹੀ ਦੱਸਿਆ ਹੈ ਕਿ ਮੈਂ ਤੇ ਬਹੁਤ ਗ੍ਰੇਟ ਹਾਂ, ਮੈਂ ਤੇ ਬਹੁਤ ਵਧੀਆ ਕਰਦਾ ਹਾਂ, ਤੇ ਇੱਥੇ ਆ ਕੇ ਮੈਨੂੰ ਤੇ ਕਿਸੇ ਨੇ ਕੁਛ ਪੁੱਛਿਆ ਹੀ ਨਹੀਂ, ਕਿਸੇ ਨੇ ਕੁਛ ਕਿਹਾ ਹੀ ਨਹੀਂ। ਸੋ ਦੈਟ ਕ੍ਰੀਏਟਸ ਦੈਟ ਇੰਬੈਲੈਂਸ। ਉਹ ਇੰਬੈਲੈਂਸ ਵਿੱਚ ਫਿਰ ਕੀ ਹੁੰਦਾ ਹੈ ਕਿ ਦੈਨ ਯੂ ਟਰਾਈ ਐਂਡ ਰਿਜੈਕਟ ਦੈਟ ਫੀਲਿੰਗ। ਫਿਰ ਉਹ ਤੁਹਾਡੇ ਵਿੱਚ ਓਵਰ ਕੌਨਫੀਡੈਂਸ ਆ ਜਾਂਦਾ ਹੈ ਕਿ ਬਈ ਇਹ ਸਾਰੇ ਲੋਕ ਗਲਤ ਨੇ, ਮੈਂ ਜੋ ਕਰ ਰਿਹਾ ਉਹ ਸਹੀ ਹੈ, ਜਾਂ ਮੈਂ ਉਹ ਕਰ ਰਹੀ ਹਾਂ ਉਹ ਸਹੀ ਹੈ, ਬਿਕਾਜ਼ ਮੇਰੀ ਫੈਮਿਲੀ ਨੇ ਤਾਂ ਮੈਨੂੰ ਹਮੇਸ਼ਾ ਦੱਸਿਆ ਹੈ ਕਿ ਆਈ ਐਮ ਦ ਗ੍ਰੇਟੈਸਟ। ਹਾਂਜੀ, ਹੈ ਨਾ। ਇਹਦਾ ਸੋਸ਼ਲ ਮੀਡੀਆ ਅੱਜ ਕੱਲ੍ਹ ਬਹੁਤ ਵੱਡਾ ਫੈਕਟਰ ਇਸ ਚੀਜ਼ ਦਾ, ਕਿ ਜਦੋਂ ਅਸੀਂ ਪੋਸਟ ਪਾ ਦਿੰਦੇ ਨਾ, ਕੋਈ ਸਟੋਰੀ ਪਾ ਦਿੰਦੇ ਜਾਂ ਪਿੱਛੇ ਗਾਣੇ ਲਾ ਕੇ, ਪੰਜਾਬੀ ਗਾਣੇ ਤਾਂ ਉੱਦਾਂ ਹੀ ਚੱਕਵੇਂ ਹੁੰਦੇ ਆ ਕਿ ਸਾਨੂੰ ਤਾਂ ਉੱਦਾਂ ਲੱਗਦਾ ਗਾਣੇ ਸੁਣ ਕੇ ਲੱਗਦਾ ਕਿ ਅਸੀਂ ਕੁਛ ਅਚੀਵ ਕਰ ਲਿਆ। ਮੈਨੂੰ ਲੱਗਦਾ ਕਿ ਉਸ ਚੀਜ਼ 'ਚ ਸਾਨੂੰ ਗਰਾਊਂਡ ਲੈਵਲ 'ਤੇ ਆਉਣ ਦੀ ਬਹੁਤ ਲੋੜ ਹੈ, ਕਿ ਦੇਖਣਾ ਕਿ ਲਾਈਕ ਵੇਅਰ ਆਰ ਵੀ ਐਕਚੁਅਲੀ ਸਟੈਂਡਿੰਗ, ਹੈ ਨਾ, ਕਿ ਮਤਲਬ ਅਸੀਂ ਹੈ ਕਿੱਥੇ ਆ ਅਤੇ ਦੁਨੀਆ ਕਿੱਥੇ ਜਾ ਰਹੀ ਆ। ਅਤੇ ਅਸੀਂ ਜਿੱਦਾਂ ਤੁਸੀਂ ਕਿਹਾ ਕਿ ਸੈਲਫ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ, ਉਹਨੂੰ ਕਿਸੇ ਤਰੀਕੇ ਨਾਲ ਕਰ ਲਓ। ਤੁਸੀਂ ਲਿਖ ਲਓ ਕਿ ਮੈਂ 2 ਸਾਲ ਪਹਿਲਾਂ ਇੱਥੇ ਸੀ, ਅੱਜ ਮੈਂ ਇੱਥੇ ਹੀ ਹਾਂ, ਉਹਦੇ ਤੁਹਾਨੂੰ ਫ਼ਰਕ ਦਿਖੂਗਾ। ਜੇ ਤੁਸੀਂ ਅਜੇ ਵੀ ਕੁਛ ਖਾਸ ਡਿਫਰੈਂਸ ਨਹੀਂ ਪਾਇਆ, ਮੈਨੂੰ ਲੱਗਦਾ ਕਿ ਉੱਥੇ ਬੰਦੇ ਨੂੰ ਰੀਥਿੰਕ ਕਰਨ ਦੀ ਲੋੜ ਹੈ ਕਿ ਯਾਰ ਨਹੀਂ, ਮੈਂ ਪਿਛਲੇ 1 ਸਾਲ 'ਚ ਜੋ ਵੀ ਕੀਤਾ ਜਾਂ 2 ਸਾਲ 'ਚ ਜੋ ਵੀ ਕੀਤਾ, ਉਹਨੇ ਮੈਨੂੰ ਮੇਬੀ ਫੇਕ ਗਰੋਥ ਦਿੱਤੀ ਜਿਹੜੀ ਮੈਨੂੰ ਮੈਂਟਲੀ ਲੱਗ ਰਹੀ ਆ, ਬਟ ਮੈਂ ਅਸਲ 'ਚ ਗਰਾਊਂਡ ਲੈਵਲ 'ਤੇ ਉਹ ਗਰੋ ਨਹੀਂ ਹੋਇਆ। ਮੈਨੂੰ ਪਰਸਨਲ ਓਪੀਨੀਅਨ ਮੈਨੂੰ ਇਹ ਲੱਗਦਾ ਕਿ ਤੁਸੀਂ ਆਪਣੇ ਕੰਮ ਨਾਲ ਕੌਨਫੀਡੈਂਸ ਬਿਲਡ ਕਰ ਸਕਦੇ ਹੋ, ਆਪਣੇ ਸਕਿੱਲਸ ਨਾਲ ਕੌਨਫੀਡੈਂਸ ਬਿਲਡ ਕਰ ਸਕਦੇ ਹੋ, ਅਤੇ ਐਫਰਮੇਸ਼ਨਸ ਨਾਲ ਵੀ ਕਰ ਸਕਦੇ ਹੋ, ਆਪਦੇ ਆਪ ਨੂੰ ਪੋਜ਼ੀਟਿਵ ਦੱਸਣਾ, ਹੈ ਨਾ, ਚੀਜ਼ ਆਪਦੇ ਬਾਰੇ। ਅਤੇ ਪਰ ਜਿਵੇਂ ਤੁਸੀਂ ਕਿਹਾ, ਆਈ ਥਿੰਕ ਕੋਈ ਨਾ ਕੋਈ ਤੁਹਾਡੀ ਜ਼ਿੰਦਗੀ ਦੇ ਵਿੱਚ ਚਾਹੀਦਾ ਜਿਹੜਾ ਬੰਦਾ ਡਰੇ ਨਾ ਤੁਹਾਨੂੰ ਅਫੈਂਡ ਕਰਨ ਤੋਂ, ਅਤੇ ਉਹ ਤੁਹਾਨੂੰ ਦੱਸੇ ਵੀ ਜੋ ਅਸਲ ਸਿਚੁਏਸ਼ਨ ਬਈ ਤੂੰ ਇੱਦਾਂ ਕਿਉਂ ਬਿਹੇਵ ਕਰ ਰਿਹਾ, ਅਤੇ ਉੱਥੇ ਤੁਹਾਨੂੰ ਕਰੈਕਸ਼ਨ ਮਿਲੂਗੀ ਵੀ ਅੱਛਾ ਯਾਰ ਮੈਂ ਇਹ ਕਰ ਰਿਹਾ ਸੀਗਾ। ਫਿਰ ਬੰਦਾ ਸੈਲਫ ਰਿਫਲੈਕਟ ਕਰਦਾ, ਰੀਅਲਾਈਜ਼ ਕਰਦਾ। ਅਤੇ ਇੱਕ ਮੈਨੂੰ ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਅਤੇ ਮੈਨੂੰ ਇਹ ਲੱਗਦਾ ਕਿ ਇੱਕ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡੀਆਂ ਜੜ੍ਹਾਂ ਕੀ ਨੇ, ਤੁਸੀਂ ਕਿੱਥੋਂ ਆਏ ਹੋ ਉੱਠ ਕੇ। ਚਾਹੇ ਤੁਸੀਂ ਜਿਹੜੇ ਮਰਜ਼ੀ ਲੈਵਲ 'ਤੇ ਪਹੁੰਚ ਗਏ, ਤੁਸੀਂ ਉੱਥੇ ਜ਼ਰੂਰ ਯਾਦ ਰੱਖੋ ਯਾਰ ਮੈਂ ਇੱਥੋਂ ਸ਼ੁਰੂ ਕਰਿਆ ਸੀਗਾ। ਤਾਂ ਉਹ ਸਟੋਰੀ ਹਮੇਸ਼ਾ ਯਾਦ ਰੱਖਣੀ ਜ਼ਰੂਰੀ ਆ। ਅਤੇ ਇੱਦਾਂ ਹੀ ਮੈਨੂੰ ਜਿਵੇਂ ਮੇਰੇ ਪੇਰੈਂਟਸ ਵਾਰੀ ਆਪਣੀ ਸਟੋਰੀ ਦੱਸਦੇ ਰਹਿੰਦੇ ਨੇ, ਆਮ ਸ਼ੋਰ ਤੁਸੀਂ ਵੀ ਕਰਦੇ ਹੋਵੋਗੇ, ਬਹੁਤ ਪੇਰੈਂਟਸ ਮੈਂ ਅਬਜ਼ਰਵ ਵੀ ਕੀਤਾ ਇੱਦਾਂ ਕਰਦੇ ਨੇ, ਆਪਣੇ ਬੱਚਿਆਂ ਨੂੰ ਸਟੋਰੀ ਦੱਸਦੇ ਨੇ, ਤਾਂ ਉਹ ਵੱਡੀ ਕਾਫੀ ਮਾਇਨਾ ਰੱਖਦੀ ਆ ਵੀ ਯਾਰ ਆਪਾਂ ਇੰਨੀ ਸਟਰਗਲ 'ਚੋਂ ਨਿਕਲ ਕੇ ਆਏ ਹਾਂ, ਇੱਥੇ ਆਏ ਹਾਂ, ਇੱਥੇ ਇਹ ਚੀਜ਼ਾਂ ਕਰਕੇ ਪਹੁੰਚੇ ਆਪਾਂ। ਸੋ ਆਈ ਥਿੰਕ ਦੈਟ ਕੀਪਸ ਯੂ ਹੰਬਲ। ਗਲਤੀ ਵੀ ਨਹੀਂ ਕਰਦੇ ਫਿਰ ਆਪਾਂ ਛੇਤੀ। ਨਹੀਂ, ਬਿਲਕੁਲ ਨਹੀਂ। ਆਈ ਥਿੰਕ ਜਿਵੇਂ ਤੁਸੀਂ ਕਿਹਾ ਉਹ ਸਟੋਰੀ ਪਾ ਦਿੱਤੀ ਸੋਸ਼ਲ ਮੀਡੀਆ ਵਿੱਚ, ਆਈ ਥਿੰਕ ਅਸੀਂ ਨਾ ਕਾਫੀ ਫਲੱਫ ਵਿੱਚ ਰਹਿੰਦੇ ਹਾਂ ਕਿ ਬਈ ਸਾਨੂੰ ਕੋਈ ਚੜਾ ਦੇ ਔਰ ਅਸੀਂ ਬਸ ਚੜ੍ਹ ਜਾਈਏ, ਖੁਸ਼ ਹੋ ਜਾਈਏ। ਦੈਟ ਇਜ਼ ਟੈਂਪਰਰੀ। ਡੀਪ ਇਨਸਾਈਡ ਤੁਹਾਨੂੰ ਵੀ ਪਤਾ ਹੈ, ਤੁਸੀਂ ਜਦੋਂ ਆਪਣੇ ਘਰ ਆਓਗੇ ਰਾਤ ਨੂੰ, ਜਦੋਂ ਸੋਵੋਗੇ ਬੈੱਡ 'ਤੇ, ਨੀਂਦ ਜਦੋਂ ਨਹੀਂ ਆਉਂਦੀ, ਉਦੋਂ ਤੁਸੀਂ ਸੋਚਦੇ ਹੋ ਕਿ ਅੱਜ ਮੈਂ ਸਾਰਾ ਦਿਨ ਕੀ ਕੀਤਾ, ਯੂ ਨੋ, ਅੱਜ ਮੈਂ ਕੋਈ ਵੈਲਿਊ ਐਡਡ ਕੰਮ ਕੀਤਾ, ਅੱਜ ਮੈਂ ਕੁਛ ਸਿੱਖਿਆ। These are some of the things I still do with myself. ਮੈਂ ਜਦੋਂ ਸੌਣ ਤੋਂ ਪਹਿਲਾਂ ਇਹ ਸੋਚਦੀ ਹਾਂ ਕਿ ਮੇਰਾ ਅੱਜ ਦਾ ਦਿਨ ਕਿੱਦਾਂ ਗਿਆ, ਕਿ ਅੱਜ ਮੈਂ ਕਿਸੇ ਦੀ ਹੈਲਪ ਕੀਤੀ, ਅੱਜ ਮੈਂ ਕੁਛ ਐਸੀ ਚੀਜ਼ ਕੀਤੀ ਜਿਹਦੇ ਲਈ ਕਿ ਆਈ ਵਿਲ ਫੀਲ ਪ੍ਰਾਊਡ ਆਫ ਮਾਈ ਸੈਲਫ, ਆਈ ਵਿਲ ਫੀਲ ਪ੍ਰਾਊਡ ਆਫ ਮੇਬੀ ਮਾਈ ਡਾਟਰ ਵਿਲ ਫੀਲ ਪ੍ਰਾਊਡ ਆਫ ਮੀ ਕਿ ਮੈਂ ਅੱਜ ਕੁਛ ਐਸਾ ਕੰਮ ਕੀਤਾ। ਔਰ ਆਈ ਥਿੰਕ ਜਿਹੜਾ ਅਸੀਂ ਕਹਿੰਦੇ ਹਾਂ ਨਾ ਕਿ ਪੇਰੈਂਟਸ ਸਾਨੂੰ ਦੱਸਦੇ ਨੇ ਔਰ ਇਹ ਸਟੋਰੀਜ਼ ਦੇ ਨਾਲ ਅਸੀਂ ਸਿੱਖਦੇ ਹਾਂ, ਆਈ ਥਿੰਕ ਦਿਸ ਬਿਲਡਸ ਯੋਰ ਵੈਲਿਊ ਸਿਸਟਮ। ਤੁਹਾਡਾ ਵੈਲਿਊ ਸਿਸਟਮ ਕੀ ਹੈ ਆਊਟਸਾਈਡ ਆਫ ਆਲ ਦਿਸ ਫਲੱਫ, ਐਟ ਦੀ ਐਂਡ ਆਫ ਦ ਡੇ ਤੁਹਾਡੀ ਵੈਲਿਊਜ਼ ਕੀ ਨੇ। ਇਫ ਯੋਰ ਵੈਲਿਊਜ਼ ਆਰ, ਮੇਰੇ ਪੇਰੈਂਟਸ ਨੇ ਮੈਨੂੰ ਹਮੇਸ਼ਾ ਸਿਖਾਇਆ ਹੈ ਕਿ ਬਈ ਆਲਵੇਜ਼ ਬੀ ਦੇਅਰ ਟੂ ਹੈਲਪ। ਜੇ ਤੁਸੀਂ ਕਰ ਸਕਦੇ ਹੋ ਤਾਂ ਕਰੋ, ਠੀਕ ਹੈ। ਐਂਡ ਯੂ ਨੋ ਬੀ ਹੰਬਲ। ਸਾਡੇ ਗੁਰਬਾਣੀ ਵਿੱਚ ਥੋੜ੍ਹਾ ਮੈਂ ਦੱਸਾਂਗੀ, ਗੁਰਬਾਣੀ ਨੂੰ ਨੀਵਾਂ ਹੋ ਕੇ ਚੱਲ ਨੀਵਿਆਂ ਨੂੰ ਫਲ ਲੱਗਦਾ, ਹੈ ਨਾ। ਅਤੇ ਅਸੀਂ ਉਹਨਾਂ ਨੂੰ ਅਸੀਂ ਉਹ ਫੋਲੋ ਕਰਨੇ ਆ ਕਿ ਬਈ ਨੀਵੇਂ ਹੋ ਕੇ ਚੱਲੋ। ਸਹੀ ਗੱਲ, ਯੂ ਨੋ ਈਗੋ ਇਹ ਸਾਰਾ ਕੁਛ ਇਹ ਤੁਹਾਡੇ ਕੰਮ ਨਹੀਂ ਆਏਗਾ। ਸਹੀ ਗੱਲ ਹੈ। ਯੂ ਨੋ ਬੀ ਕੌਨਫੀਡੈਂਟ ਆਫ ਯੋਰ ਸਕਿੱਲ। ਮੈਨੂੰ ਹੋਰ ਕਿਸੇ ਚੀਜ਼ ਦੀ ਗਰੰਟੀ ਨਹੀਂ ਲੈ ਸਕਦੇ, ਪਰ ਅੱਜ ਤੁਸੀਂ ਰਾਤੀ ਇਹ ਜ਼ਰੂਰ ਸੋਚੋਗੇ ਕਿ ਅੱਜ ਤੁਸੀਂ ਬਹੁਤ ਵਧੀਆ ਕੰਮ ਕੀਤਾ। ਜਦੋਂ ਵੀ ਤੁਸੀਂ ਸੋਚੋਗੇ, ਹੋਪਫੁਲੀ ਤੁਹਾਡੇ ਬੱਚੇ ਬਹੁਤ ਪ੍ਰਾਊਡ ਹੋਣਗੇ ਇਸ ਦੇ ਵਿੱਚ। ਐਂਡ ਜਦੋਂ ਰਿਲੀਜ਼ ਵੀ ਕਰਾਂਗੇ, ਸੋ ਤੁਸੀਂ ਆਪਣੀ ਸਵੇਰ ਹੀ ਬੜੀ ਵਧੀਆ ਸ਼ੁਰੂ ਕੀਤੀ, ਤੁਹਾਡਾ ਦਿਨ ਵੀ ਬਹੁਤ ਵਧੀਆ ਲੱਗੂਗਾ। ਇੱਕ ਕੁਐਸਚਨ ਮੈਂ ਲਾਸਟ 'ਤੇ ਆਪਾਂ ਜਾਂਦੇ ਪੁੱਛ ਰਹੇ ਹਾਂ, ਅਜੇ ਆਪਣੇ ਕੋਲ ਹੈ ਟਾਈਮ ਵੈਸੇ, ਕਿ ਜਦੋਂ ਇੰਟਰਵਿਊਜ਼ ਕਰਨ ਜਾਂਦੇ ਹਾਂ, ਐਂਡ ਤੁਸੀਂ ਦੱਸਿਆ ਕਿ ਤੁਸੀਂ ਪਹਿਲਾਂ ਇੰਟਰਵਿਊਜ਼ ਦੇ ਵਿੱਚ ਵੀ ਸੀ ਇਨਵੋਲਵ ਸੀਗੇ, ਉੱਥੇ ਕੀ ਚੀਜ਼ ਦਾ ਖਾਸ ਧਿਆਨ ਰੱਖਣਾ ਪੈਂਦਾ ਕਿਉਂਕਿ ਇੰਟਰਵਿਊ ਜਿਹੜਾ ਦੇਣ ਵਾਲਾ ਉਹ ਇੱਧਰ ਦੂਸਰੇ ਐਂਡ 'ਤੇ ਬੈਠਾ, ਜਿਹੜਾ ਦੂਸਰੀ ਐਂਡ 'ਤੇ ਬੰਦਾ ਬੈਠਾ ਜਾਂ ਕੋਈ ਫੀਮੇਲ ਬੈਠਿਆ, ਉਹ ਜਿਹੜਾ ਇੰਟਰਵਿਊ ਲੈ ਰਿਹਾ, ਉਹਦੇ ਦਿਮਾਗ 'ਚ ਕੀ ਚੱਲ ਰਿਹਾ, ਕੀ ਅਸੈਸ ਹੋ ਰਿਹਾ ਉਸ ਵਕਤ?
ਤੁਹਾਡੇ ਹਿਸਾਬ ਨਾਲ? ਯੂ ਮੀਨ ਟੂ ਸੇ ਜਿਵੇਂ ਇੰਟਰਵਿਊਅਰ ਕੀ ਅਸੈਸ ਕਰ ਰਹੇ ਨੇ? ਆਈ ਥਿੰਕ ਉਹ ਰੋਲ ਦੇ ਹਿਸਾਬ ਨਾਲ ਵੀ ਆ। ਇੱਕ ਉਹ ਮਤਲਬ ਕਹਿ ਰਹੇ ਨੇ ਕਿ ਕੁਆਲਿਟੀਜ਼ ਕਿੱਦਾਂ ਦੀਆਂ ਦੇਖੀਆਂ ਜਾ ਰਹੀਆਂ ਨੇ, ਤਾਂ ਕਿ ਜਿਵੇਂ ਜੇ ਕੋਈ ਦੇਖ ਰਿਹਾ ਜਿਹਨੇ ਜੋਬ, ਚਾਹੇ ਇਮੀਗ੍ਰੈਂਟ ਆ ਨਾ, ਚਾਹੇ ਆਪਣਾ ਕਰੀਅਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਜੋਬ ਇੰਟਰਵਿਊ ਲਈ ਜਾ ਰਿਹਾ, ਸੋ ਇੱਕ ਜਿਹੜਾ ਹਾਇਰਿੰਗ ਮੈਨੇਜਰ ਆ ਉਹ ਕੀ ਦੇਖ ਰਿਹਾ, ਕੀ ਉਹਦੇ ਵਿੱਚ ਅਪਾਰਟ ਫਰੋਮ specific role, general qualities? Yes, of course. I think the fact that you have made it for the interview shows कि ਤੁਹਾਡੇ ਕੋਲ skills or experience already ਹੈ, an educational background already ਹੈ। ਇਸੇ ਲਈ ਤੁਸੀਂ ਇੰਟਰਵਿਊ ਸਟੇਜ ਤੇ ਪਹੁੰਚੇ ਹੋ, ਨਹੀਂ ਤਾਂ ਤੁਸੀਂ ਇਨੀਸ਼ੀਅਲ ਰਿਜੈਕਸ਼ਨ ਵਿੱਚ ਚਲੇ ਜਾਂਦੇ, ਨਿਕਲ ਜਾਂਦੇ, ਹੈ ਨਾ। ਅਤੇ ਜੇ ਤੁਸੀਂ ਇੰਟਰਵਿਊ ਵਿੱਚ ਆਏ ਹੋ, ਇਫ ਆਈ ਐਮ ਇੰਟਰਵਿਊਇੰਗ ਸਮਬਡੀ, ਮੇਰੇ ਲਈ ਟੌਪ 3 ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਕਿ ਬਈ ਇਹ ਜੋ ਬੰਦਾ ਆਇਆ ਹੈ ਜਾਂ ਯੂ ਨੋ ਲੇਡੀ ਆਈ ਹੈ, ਇਹਨਾਂ ਵਿੱਚ ਡਰਾਈਵ ਹੈ ਕਿ ਨਹੀਂ, ਐਂਬਿਸ਼ਨ ਹੈ ਕਿ ਨਹੀਂ, ਕਿ ਇੱਕ ਹੰਗਰ ਹੈ ਕਿ ਨਹੀਂ ਸਿੱਖਣ ਦਾ ਜਾਂ ਅੱਗੇ ਵਧਣ ਦਾ। ਅਤੇ ਆਈ ਲੁੱਕ ਫॉर दैट एनर्जी, ਠੀਕ ਹੈ। ਆਈ ਆਲਸੋ ਲੁੱਕ ਫॉर ਐਟੀਟਿਊਡ, ਬਿਕਾਜ਼ ਐਟੀਟਿਊਡ ਬਹੁਤ ਇੰਪੋਰਟੈਂਟ ਹੈ ਇੱਕ ਕਲਚਰਲ ਫਿਟ ਲਈ ਕੰਪਨੀ ਦੇ ਵਿੱਚ। ਬਿਕਾਜ਼ ਐਜ਼ ਅ ਮੈਨੇਜਰ ਜੇ ਮੇਰੀ ਪੂਰੀ ਟੀਮ you know ਰਲ ਮਿਲ ਕੇ ਕੰਮ ਕਰ ਰਹੀ ਹੈ, it is because I have developed that culture with that team. ਜੇ ਮੇਰੀ ਟੀਮ ਸੇਫ ਹੈ, ਬਿਕਾਜ਼ ਐਜ਼ ਅ ਮੈਨੇਜਰ ਮੈਂ ਉਹ ਕਲਚਰਲ ਡਿਵੈਲਪ ਕੀਤਾ ਹੈ। ਜੇ ਬਾਹਰੋਂ ਕੋਈ ਬੰਦਾ ਆ ਕੇ ਉਹਨੂੰ ਡਿਸਰਪਟ ਕਰ ਦੇ, it's not going to work out for anybody. तो cultural fit बहुत important एक you know deciding criteria ਹੁੰਦਾ ਹੈ ਕਿ ਬਈ ਜਿਹੜੇ ਤੁਹਾਡੇ ਕੀ beliefs ਨੇ, ਸਮਝ ਲਓ ਤੁਹਾਡੇ ਕੋਲ you know ਅੱਜ ਤੱਕ ਵੀ within organizations ਕਾਫੀ ਟਰਮੀਨੇਸ਼ਨਸ ਹੋ ਜਾਂਦੀਆਂ ਨੇ, not based on performance but based on attitude. ਗੱਲ ਸਹੀ ਹੈ, ਠੀਕ ਹੈ। ਕਿਉਂਕਿ no matter ਤੁਸੀਂ ਕਿੰਨਾ ਵੀ ਕੰਮ ਕਰ ਰਹੇ ਹੋ, ਬਹੁਤ ਵਧੀਆ ਤੁਹਾਡੀ ਪਰਫੋਰਮੈਂਸ ਹੈ, ਬਹੁਤ ਵਧੀਆ ਤੁਸੀਂ ਤੁਹਾਡਾ ਸਕਿੱਲ ਬੈਕਗਰਾਊਂਡ ਹੈ, ਐਜੂਕੇਸ਼ਨ ਬੈਕਗਰਾਊਂਡ, ਪਰ ਜੇ ਤੁਹਾਡਾ ਐਟੀਟਿਊਡ ਸਹੀ ਨਹੀਂ ਹੈ, ਇਟਸ ਨਾਟ ਗੋਇੰਗ ਟੂ ਵਰਕ ਆਊਟ ਇਨ ਯੋਰ ਫੇਵਰ। ਸੋ ਐਟੀਟਿਊਡ ਇਜ਼ ਵੈਰੀ ਇੰਪੋਰਟੈਂਟ। ਐਂਡ ਥਰਡ, ਅਗੇਨ ਜਿਹੜੀ ਗੱਲ ਅਸੀਂ ਸਭ ਤੋਂ ਪਹਿਲਾਂ ਸਟਾਰਟ ਕੀਤੀ ਸੀ ਪੋਡਕਾਸਟ ਨਾਲ, ਕਮਿਊਨੀਕੇਸ਼ਨ। because I think it starts and ends with communication, because communication बहुत important है। and communication does not mean कि मैं ਤੁਹਾਡੇ ਨਾਲ ਇੰਗਲਿਸ਼ ਵਿੱਚ ਗੱਲ ਕਰ ਰਹੀ ਹਾਂ, no, communication consists of everything, listening, more than communicating, again ਤੁਹਾਡੇ ਕੋਲ listening quality ਹੋਣੀ ਚਾਹੀਦੀ, 100%। ਤੁਹਾਡੇ ਕੋਲ ਬਾਕੀ ਸਕਿੱਲਸ ਹੋਣੀਆਂ ਚਾਹੀਦੀਆਂ ਕਿ ਤੁਸੀਂ ਕੌਨਫਲਿਕਟ ਮੈਨੇਜਮੈਂਟ ਕਿੱਦਾਂ ਕਰਦੇ ਹੋ, ਕਿਉਂਕਿ ਕੰਮਾਂ ਵਿੱਚ ਕਾਫੀ ਹੋ ਜਾਂਦਾ ਹੈ, ਕੌਨਫਲਿਕਟ ਹੋ ਜਾਂਦਾ ਹੈ, ਯੂ ਨੋ ਤੁਹਾਡੇ ਅਲੱਗ ਵਿਚਾਰ ਨੇ, ਮੇਰੇ ਅਲੱਗ ਵਿਚਾਰ ਨੇ। ਹਾਊ ਕੈਨ ਵੀ ਬੋਥ ਵਰਕ ਟੁਗੇਦਰ? ਵੀ ਕੈਨ ਸਟਿਲ ਕ੍ਰੀਏਟ ਦੈਟ ਸਪੇਸ ਵੇਅਰ ਆਈ ਵਿਲ ਰਿਸਪੈਕਟ ਯੂ, ਯੂ ਵਿਲ ਰਿਸਪੈਕਟ ਮੀ, ਐਂਡ ਆਈ ਵਿਲ ਨਾਟ ਕੁਐਸਚਨ ਯੂ ਕਿ ਤੁਹਾਡੇ ਕੀ ਵਿਚਾਰ ਨੇ, ਯੂ ਵਿਲ ਨਾਟ ਕੁਐਸਚਨ ਮੀ ਮੇਰੇ ਕੀ ਵਿਚਾਰ ਨੇ, ਬਟ ਵੀ ਕੈਨ ਸਟਿਲ ਵਰਕ ਇਨ ਹਾਰਮਨੀ। ਹਰ ਕਿਸੇ ਦਾ ਆਪਣਾ ਓਪੀਨੀਅਨ ਹੋ ਸਕਦਾ, ਆਪਣਾ ਓਪੀਨੀਅਨ ਹੁੰਦਾ ਹੈ। ਤਾਂ ਦਿਸ ਇਜ਼ ਆਲਸੋ ਪਾਰਟ ਆਫ ਕਮਿਊਨੀਕੇਸ਼ਨ। ਸਹੀ ਗੱਲ ਹੈ। ਕਮਿਊਨੀਕੇਸ਼ਨ ਦਾ ਮਤਲਬ ਇਹ ਨਹੀਂ ਕਿ ਬਈ ਮੈਂ ਤੁਹਾਡੇ ਨਾਲ ਇੰਗਲਿਸ਼ ਵਿੱਚ ਗੱਲ ਕਰਾਂ, ਪਰ ਇਹ ਸਾਰੀ ਲਿਸਨਿੰਗ ਸਕਿੱਲਸ, ਨੈਗੋਸੀਏਸ਼ਨ ਸਕਿੱਲਸ, ਕੌਨਫਲਿਕਟ ਮੈਨੇਜਮੈਂਟ, ਲਿਸਨਿੰਗ ਸਕਿੱਲਸ, ਸਹੀ ਗੱਲ, ਇਹ ਸਾਰੀ ਕੁਝ ਹੋਣੀਆਂ ਚਾਹੀਦੀਆਂ। ਇੱਕ ਮੇਰਾ ਪ੍ਰੋਬਲਮ ਸੋਲਵਿੰਗ ਵੀ ਬਹੁਤ ਵੱਡੀ ਚੀਜ਼ ਹੈ। ਪ੍ਰੋਬਲਮ ਸੋਲਵਿੰਗ, ਯੈਸ। ਹਾਂ, ਕਿਉਂਕਿ ਕੰਮ ਤੇ ਦੇਖੋ ਪ੍ਰੋਬਲਮਾਂ ਆਉਂਦੀਆਂ ਨੇ, ਪਰ ਜੇ ਤੁਸੀਂ ਪ੍ਰੋਬਲਮ ਕ੍ਰੀਏਟ ਕਰ ਰਹੇ ਹੋ, ਫਿਰ ਹਾਇਰ ਹੀ ਅਗਲੇ ਨੇ ਕਦ ਲਈ ਕਰਨਾ। ਐਬਸੋਲੂਟਲੀ। ਸੋ ਪ੍ਰੋਬਲਮ ਸੋਲਵ ਕਰਨ ਨਾਲ ਬਹੁਤ ਵੱਡੀ ਕੁਆਲਿਟੀ ਆ। ਸਾਨੂੰ ਵੀ ਬਹੁਤ ਪ੍ਰੋਬਲਮ ਆਈਆਂ। ਕੱਲ ਅਸੀਂ ਸਟੂਡੀਓ ਸੈਟਅਪ ਕੀਤਾ। ਓਕੇ। ਮੈਂ ਦੱਸ ਰਿਹਾ ਕਿ ਸਾਡਾ ਜਿਹੜਾ ਪਰਥ ਸਟੂਡੀਓ ਕਾਫੀ ਇਹਦੇ ਤੋਂ ਵੱਡਾ ਵਾ, ਤੇ ਓਬਵੀਅਸਲੀ ਉਹ ਤਾਂ ਸਲੋ ਟਾਈਮ ਕਰਦੇ ਸੈਟਅਪ ਹੋਇਆ, ਪਰ ਆ ਸਾਨੂੰ ਸਿਰਫ 2-3 ਘੰਟੇ 'ਚ ਕਰਨਾ ਸੀ। ਉਹ ਜੇ ਤੁਹਾਨੂੰ ਅਸੀਂ ਬਾਅਦ 'ਚ ਕੈਮਰਾ ਸਾਫ ਕਰਕੇ ਦਿਖਾਵਾਂਗੇ ਕਿੱਥੇ ਅਸੀਂ ਕੀ ਪ੍ਰੋਬਲਮ ਸੋਲਵ ਕੀਤੀ, ਤੁਸੀਂ ਦੇਖੋਗੇ। ਵਾਟ ਆਈ ਸੀ, ਤੁਹਾਡਾ ਪ੍ਰੋਬਲਮ ਸੋਲਵਿੰਗ ਸਕਿੱਲਸ ਐਕਸਲੈਂਟ ਹੈ। ਮੈਨੂੰ ਤਾਂ ਸੈਟਅਪ ਬਹੁਤ ਵਧੀਆ ਹਾਇਰ ਕਰ ਲਓਗੇ ਸਾਨੂੰ ਜਣਵੀ। ਮੈਨੂੰ ਲੱਗਦਾ ਪਰਥ ਵਾਪਸ ਨਹੀਂ ਜਾਣ ਦੇਣਾ, ਆਪਾਂ ਨੂੰ ਜੌਬ ਮਿਲ ਜਾਣੀ ਉਹਦੇ ਨਾਲ। ਐਬਸੋਲੂਟਲੀ। ਨਹੀਂ, ਸਹੀ ਆ। ਇੱਕ ਨਾ ਹੋਰ ਗੱਲ ਆ ਕਿ ਮੈਂ ਬਹੁਤ ਜਿਵੇਂ ਨਾ ਤੁਸੀਂ ਜੋਬ ਲੱਭਣ ਜਾਂਦੇ, ਇੱਕ ਤੁਹਾਡੇ ਕੋਲ ਆਪਸ਼ਨ ਹੁੰਦੀ, ਮੈਂ ਪ੍ਰਾਈਵੇਟ ਸੈਕਟਰ 'ਚ ਕੰਮ ਕਰ ਸਕਦਾ, ਇੱਕ ਗਵਰਨਮੈਂਟ ਸੈਕਟਰ ਦੇ ਵਿੱਚ ਕੰਮ ਕਰ ਸਕਦੇ ਹਾਂ। ਹਾਂਜੀ। ਸੋ ਮੈਨੂੰ ਆਪਣਾ ਐਕਸਪੀਰੀਅੰਸ ਤੋਂ ਲੱਗਿਆ ਕਿ ਗਵਰਨਮੈਂਟ ਸੈਕਟਰ ਦੇ ਵਿੱਚ ਉਨੀ ਚੈਲੰਜਿੰਗ ਇਨਵਾਇਰਮੈਂਟ ਨਹੀਂ ਹੁੰਦੀ। ਡੈਫੀਨੇਟਲੀ ਇਟਸ ਮੋਰ ਸੇਫ ਜੋਬ, ਕਿਉਂਕਿ ਗਵਰਨਮੈਂਟ ਦੇ ਨਾਟ ਗੋਇੰਗ ਆਊਟ ਆਫ ਬਿਜ਼ਨਸ, ਹੈ ਨਾ। ਪ੍ਰਾਈਵੇਟ ਦੇ ਵਿੱਚ ਉਹ ਉਨੀ ਸਿਕਿਉਰਿਟੀ ਨਹੀਂ ਹੁੰਦੀ, ਡਿਪੈਂਡਸ ਕੰਪਨੀ 'ਤੇ ਵੀ ਡਿਪੈਂਡ ਕਰਦਾ। ਪਰ ਮੈਨੂੰ ਤੁਸੀਂ ਆਪਣਾ ਡੈਫੀਨੇਟਲੀ ਓਪੀਨੀਅਨ ਸ਼ੇਅਰ ਕਰਿਓ, ਪਰ ਮੈਨੂੰ ਇਹ ਲੱਗਿਆ ਕਿ ਗਵਰਨਮੈਂਟ ਦੇ ਵਿੱਚ ਥੋੜ੍ਹਾ ਜ਼ਿਆਦਾ ਪੇਪਰ ਵਰਕ 'ਤੇ ਧਿਆਨ ਦਿੱਤਾ ਜਾਂਦਾ, ਜਾਂ ਮਤਲਬ ਫਿਰ ਵੀ ਉਨੀ ਪਰਫੋਰਮੈਂਸ ਬੇਸਡ ਨਹੀਂ ਹੁੰਦੀ। ਮੇਬੀ ਆਮ ਰੋਂਗ, ਬਟ ਪ੍ਰਾਈਵੇਟ ਦੇ ਵਿੱਚ ਓਬਵੀਅਸਲੀ ਥੋੜ੍ਹਾ ਕੰਪੀਟੀਸ਼ਨ ਦਾ ਮੇਬੀ ਰੀਜ਼ਨ ਹੋ ਸਕਦਾ, ਜਾਂ ਮੋਰ ਚੈਲੰਜਿੰਗ ਹੁੰਦਾ, ਤਾਂ ਡਿਮਾਂਡਿੰਗ ਹੁੰਦਾ। ਨਹੀਂ, ਤੁਸੀਂ ਸਹੀ ਕਹਿ ਰਹੇ ਹੋ, ਕਿਉਂਕਿ ਇਹ ਡਿਫਰੈਂਸ ਹਮੇਸ਼ਾ ਰਹੇਗਾ ਬਿਟਵੀਨ ਗਵਰਨਮੈਂਟ ਐਂਡ ਪ੍ਰਾਈਵੇਟ ਸੈਕਟਰ। ਹਾਂਜੀ। ਕਿ ਕਿਤੇ ਵੀ ਚਲੇ ਜਾਓ, ਕਿਸੇ ਵੀ ਡਿਵੈਲਪ ਕੰਟਰੀ ਵਿੱਚ ਵੀ ਗਵਰਨਮੈਂਟਸ ਅਸੀਂ ਕਹਿੰਦੇ ਹਾਂ ਕਿ
ਹਲੇ ਉੱਥੇ ਟੈਕਨੋਲੋਜੀਕਲ ਐਡਵਾਂਸਮੈਂਟ ਕਾਫੀ ਆਈਆਂ ਨੇ, ਬਟ ਫਿਰ ਵੀ ਸਲੋ ਪੇਸ 'ਤੇ ਹੈ। ਅਤੇ ਅਗੇਨ ਇਟ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣੇ ਕਰੀਅਰ ਦੇ ਕਿਹੜੇ ਸਟੇਜ ਵਿੱਚ ਹੋ ਔਰ ਤੁਸੀਂ ਕੀ ਕਰਨਾ ਚਾਹੁੰਦੇ ਹੋ। ਜੇ ਸਮਝ ਲਓ ਤੁਹਾਡੇ ਕੋਲ ਕਾਫੀ ਐਕਸਪੀਰੀਅੰਸ ਹੋ ਗਿਆ ਹੈ ਔਰ ਤੁਹਾਨੂੰ ਇੱਕ ਰਿਲੈਕਸਡ ਵਰਕ ਲਾਈਫ ਚਾਹੀਦੀ ਹੈ, ਕਿਉਂਕਿ ਵਰਕ ਲਾਈਫ ਬੈਲੈਂਸ ਇਜ਼ ਆਲਸੋ ਇੰਪੋਰਟੈਂਟ, ਹੈ ਨਾ। ਪਰ ਜੇ ਤੁਸੀਂ ਇਨੀਸ਼ੀਅਲ ਕਰੀਅਰ ਹਲੇ ਸਟਾਰਟ ਕਰ ਰਹੇ ਹੋ, so you have that time and bandwidth to invest in yourself. ਤੇ ਉਹ ਡੈਫੀਨੇਟਲੀ ਪ੍ਰਾਈਵੇਟ ਸੈਕਟਰ ਤੁਹਾਨੂੰ ਆਫਰ ਕਰਦਾ ਹੈ ਕਿ ਇਨ ਟਰਮਸ ਆਫ ਚੈਲੰਜਸ, ਓਪਰਚੁਨਿਟੀਜ਼, ਲਰਨਿੰਗ ਓਪਰਚੁਨਿਟੀਜ਼, ਕਿਉਂਕਿ ਇਹ ਸਾਰਾ ਕੁਝ ਗਵਰਨਮੈਂਟ ਵਿੱਚ ਨਹੀਂ ਮਿਲ ਪਾਉਂਦਾ, ਬਿਕਾਜ਼ ਗਵਰਨਮੈਂਟ ਵਿੱਚ ਕਾਫੀ ਸੈੱਟ ਸਟਰਕਚਰ ਹੁੰਦੇ ਨੇ। ਗਵਰਨਮੈਂਟ ਜਿਹੜੇ ਸੈਟਅਪਸ ਹੁੰਦੇ ਨੇ, ਦੇ ਡੋਂਟ ਗੈਟ ਇੰਪੈਕਟਡ ਵਿਦ ਮੈਕਰੋ ਚੇਂਜਸ ਜਿਹੜੇ ਬਾਹਰ ਆ ਰਹੇ ਨੇ, ਇਕਨੋਮੀ ਹੋ ਰਹੀ ਹੈ, ਇਨਫਲੇਸ਼ਨ ਹੋ ਰਿਹਾ ਹੈ, ਉਹਦੇ ਵਿੱਚ ਗਵਰਨਮੈਂਟ ਸੈਕਟਰਸ ਵਿੱਚ ਇੰਨਾ ਉਹਦੇ 'ਤੇ ਅਸਰ ਨਹੀਂ ਹੁੰਦਾ ਜਿੰਨਾ ਪ੍ਰਾਈਵੇਟ ਸੈਕਟਰ 'ਤੇ ਹੁੰਦਾ। ਤਾਂ ਤੁਹਾਡਾ ਜਿਹੜਾ ਚੈਲੰਜਸ ਨੇ, ਕਿਉਂਕਿ ਜੇ ਤੁਸੀਂ ਇਫ ਯੂ ਆਰ ਆਊਟ ਦੇਅਰ ਦੈਟ ਯੂ ਵਾਂਟ ਚੈਲੰਜਸ ਐਂਡ ਦੈਟਸ ਦ ਬੈਸਟ ਥਿੰਗ, ਬਿਕਾਜ਼ ਤੁਹਾਡੀ ਜੋ ਵੀ ਐਕਸਪੀਰੀਅੰਸ ਐਂਡ ਲਰਨਿੰਗ ਔਰ ਸਕਿੱਲ ਡਿਵੈਲਪਮੈਂਟ ਹੋਏਗੀ ਉਹ ਚੈਲੰਜਿੰਗ ਇਨਵਾਇਰਮੈਂਟ ਵਿੱਚ ਵੀ ਹੋਏਗੀ, ਐਂਡ ਦੈਟ ਚੈਲੰਜਿੰਗ ਇਨਵਾਇਰਮੈਂਟ ਓਨਲੀ ਪ੍ਰਾਈਵੇਟ ਸੈਕਟਰ ਕੈਨ ਪ੍ਰੋਵਾਈਡ। ਯੈਸ, ਇਟ ਇਜ਼ ਰਿਸਕੀ, ਸੋ ਯੂ ਹੈਵ ਟੂ ਮੇਕ ਅ ਚੋਇਸ ਕਿ ਤੁਹਾਨੂੰ ਕੀ ਅੱਗੇ ਲੈਣਾ ਹੈ। ਗਵਰਨਮੈਂਟ ਸੈਜ਼ ਤੁਹਾਨੂੰ ਸੇਫ ਸਿਕਿਉਰ ਜੋਬ ਚਾਹੀਦੀ ਹੈ ਜਿੱਥੇ ਲਰਨਿੰਗ ਓਪਰਚੁਨਿਟੀਜ਼ ਹੋਣਗੀਆਂ, ਬਟ ਨਾਟ ਐਟ ਅ ਪੇਸ ਐਜ਼ ਵਾਟ ਪ੍ਰਾਈਵੇਟ ਸੈਕਟਰ ਆਫਰਸ ਯੂ। ਮੈਨੂੰ ਪਰਸਨਲੀ ਇਹ ਲੱਗਦਾ ਹੁੰਦਾ ਕਿ ਅਗਰ ਕਿਸੇ ਨੇ ਜੋਬ ਸ਼ੁਰੂ ਕਰਨੀ ਨਾ, ਇਟਸ ਬੈਟਰ ਟੂ ਪ੍ਰਾਈਵੇਟ ਦੇ ਵਿੱਚ ਸ਼ੁਰੂ ਕਰੋ, ਠੀਕ ਹੈ। ਉੱਥੇ ਤੁਹਾਨੂੰ ਸਿੱਖਣ ਨੂੰ ਬਹੁਤ ਚੀਜ਼ਾਂ ਮਿਲਣਗੀਆਂ, ਚੈਲੰਜ ਵੱਧ ਮਿਲਣਗੇ, ਪਰ ਇੱਕ ਹੋਰ ਵੱਡੀ ਗੱਲ ਹੈ ਕਿ ਅਗਰ ਤੁਸੀਂ ਛੋਟੀ ਕੰਪਨੀ ਦੇ ਵਿੱਚ ਕੰਮ ਕਰੋਗੇ, ਦੈਟਸ ਈਵਨ ਬੈਟਰ, ਮੈਨੂੰ ਜੋ ਲੱਗਦਾ, ਕਿਉਂਕਿ ਉੱਥੇ ਪ੍ਰੋਬਲਮਸ ਜ਼ਿਆਦਾ ਹੁੰਦੀਆਂ ਨੇ, ਉੱਥੇ ਹਮੇਸ਼ਾ ਸਮੂਥ ਨਹੀਂ ਚੱਲ ਰਿਹਾ ਹੁੰਦਾ। ਅਤੇ ਹੋ ਸਕਦਾ ਉਹ ਤੁਹਾਨੂੰ ਓਨਾ ਘੈਂਟ ਸਟੇਟਸ ਨਾ ਦੇਵੇ ਵੀ ਮੈਂ ਛੋਟੀ ਕੰਪਨੀ ਲਈ ਕੰਮ ਕਰਦਾ। ਇੱਕ ਗੱਲ ਆ ਜਾਂਦੀ ਆ, ਜਿਹੜੀਆਂ ਗਵਰਨਮੈਂਟ ਕੰਪਨੀਜ਼ ਹੁੰਦੀਆਂ ਨਾ, ਜਦੋਂ ਉਹਨਾਂ ਤੁਸੀਂ ਪ੍ਰਾਈਵੇਟ ਨਾਲ ਕੰਪੇਅਰ ਕਰਦੇ ਹੋ, ਮੈਨੂੰ ਇਹ ਲੱਗਦਾ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਤੁਸੀਂ ਪੋਲਿਸੀਜ਼ ਐਂਡ ਪ੍ਰੋਸੀਜਰ ਫੋਲੋ ਕਰਦੇ, ਓਬਵੀਅਸਲੀ ਲਾਅ ਤੁਸੀਂ ਫੋਲੋ ਕਰ ਰਹੇ ਹੋ, ਪਰ ਮੋਸਟਲੀ ਜਿਹੜੀਆਂ ਗਵਰਨਮੈਂਟ ਜੋਬਸ ਨੇ, ਜਿੱਦਾਂ ਭਾਈ ਨੇ ਪਹਿਲਾਂ ਗੱਲ ਕੀਤੀ ਕਿ ਪੇਪਰ ਵਰਕ ਜ਼ਿਆਦਾ ਹੁੰਦਾ, ਉੱਥੇ ਤੁਹਾਨੂੰ ਉਸ ਚੀਜ਼ ਦਾ ਬਹੁਤ ਧਿਆਨ ਰੱਖਣਾ ਪੈਣਾ, ਕਿਉਂਕਿ ਆਈ ਥਿੰਕ ਲਾਅ ਦੇ ਨਾਲ ਸਭ ਤੋਂ ਈਜ਼ੀ ਟਰਬਲ 'ਚ ਜੇ ਤੁਸੀਂ ਜਾਣਾ, ਤਾਂ ਉਹ ਤੁਸੀਂ ਕਿਸੇ ਗਵਰਨਮੈਂਟ ਜੋਬ ਦੇ ਵਿੱਚ ਚਲੇ ਗਏ ਤਾਂ ਤੁਸੀਂ ਬਹੁਤ ਈਜ਼ੀ ਲਾਅ ਦੇ ਨਾਲ ਟਰਬਲ 'ਚ ਜਾ ਸਕਦੇ ਹੋ, ਕਿ ਜੇ ਤੁਸੀਂ ਧਿਆਨ ਨਹੀਂ ਦੇ ਰਹੇ ਆਪਣੇ ਕੰਮ 'ਤੇ। ਓਬਵੀਅਸਲੀ ਸੌਖਾ ਤਾਂ ਹੁੰਦਾ ਪ੍ਰਾਈਵੇਟ ਸੈਕਟਰ ਨਾਲੋਂ, ਬਟ ਮੈਨੂੰ ਲੱਗਦਾ ਕਿ ਤੁਹਾਡਾ ਅਟੈਂਸ਼ਨ ਟੂ ਡੀਟੇਲ ਪੂਰੀ ਹੋਣੀ ਚਾਹੀਦੀ ਹੈ। ਜਿੱਦਾਂ ਤੁਸੀਂ ਕਿਸੇ ਵੀ ਜੋਬ 'ਚ ਤੁਸੀਂ ਕਹਿ ਲਓ ਕਿ ਤੁਸੀਂ ਫੈਮਿਲੀ ਵਾਇਲੈਂਸ 'ਚ ਕੰਮ ਕਰ ਰਹੇ ਹੋ, ਤੁਸੀਂ ਲਾਅ 'ਚ ਕੰਮ ਕਰ ਰਹੇ ਹੋ, ਜਾਂ ਤੁਸੀਂ ਜੁਡੀਸ਼ੀਅਲ ਸਿਸਟਮ 'ਚ ਕੰਮ ਕਰ ਰਹੇ ਹੋ, ਇੱਦਾਂ ਦੇ ਕੰਮ 'ਚ ਤੁਸੀਂ ਛੋਟੀ ਜਿਹੀ ਵੀ ਗਲਤੀ ਕਰਦੇ ਹੋ ਤਾਂ ਉਹ ਤੁਹਾਡੀ ਰਿਕਾਰਡਡ ਹੁੰਦੀ ਹੈ, ਐਂਡ ਉਹ ਮੈਨੂੰ ਲੱਗਦਾ ਸਰਕਾਰ ਇੱਥੋਂ ਦੀ ਤਾਂ ਉਸੇ ਵੇਲੇ ਭੱਜ ਕੇ ਤੁਹਾਨੂੰ ਆ ਜਾਂਦੀ ਹੈ। ਇਹ ਚੀਜ਼ ਹੁੰਦੀ, ਇੰਪੈਕਟ ਕਾਫੀ ਵੱਡਾ ਹੁੰਦਾ ਹੈ, ਇੰਪੈਕਟ ਵੱਡਾ ਹੁੰਦਾ, ਕਿਉਂਕਿ ਗਵਰਨਮੈਂਟ ਜੋਬਸ ਆਰ ਨਾਟ ਈਜ਼ੀ, ਕਿਉਂਕਿ ਤੁਹਾਡੇ ਕੋਲ ਅਗੇਨ ਇੱਕ ਰਿਸਪੋਂਸਿਬਿਲਿਟੀ ਹੈ। ਤੁਸੀਂ ਜਿਵੇਂ ਦੱਸਿਆ ਡੋਮੈਸਟਿਕ ਵਾਇਲੈਂਸ ਸੈਕਟਰ ਹੋ ਗਿਆ, ਅਗਰ ਜੇ ਤੁਹਾਡਾ ਜੋਬ ਹੈ ਕਿ ਤੁਸੀਂ ਪੋਲਿਸੀ ਡਿਵੈਲਪ ਕਰ ਰਹੇ ਹੋ, ਜੇ ਤੁਸੀਂ ਪੋਲਿਸੀ ਉਸ ਹਿਸਾਬ ਨਾਲ ਡਿਵੈਲਪ ਨਹੀਂ ਕੀਤੀ, ਵਿਚ ਇਜ਼ ਰਿਕੁਆਇਰਡ ਬਾਏ ਯੋਰ ਇੰਪਲੋਇਰ, ਤੋ ਉਹ ਕਾਫੀ ਕੁਛ ਇਟ ਕੈਨ ਬੀ ਵੈਰੀ ਚੈਲੰਜਿੰਗ, ਕਿਉਂਕਿ ਤੁਹਾਡੇ ਕੋਲ ਉਹ ਥਿੰਕਿੰਗ ਐਬਿਲਿਟੀਜ਼ ਮੇ ਬੀ ਨਹੀਂ ਹੈ, ਐਂਡ ਆਈ ਥਿੰਕ ਬਿਕਾਜ਼ ਲਰਨਿੰਗ ਓਪਰਚੁਨਿਟੀ ਨਹੀਂ ਹੈ, ਐਂਡ ਇੱਕ ਰਿਸਪੋਂਸਿਬਿਲਿਟੀ ਵੀ ਹੈ, ਬਿਕਾਜ਼ ਯੂ ਆਰ ਵਰਕਿੰਗ ਇਨ ਅ ਗਵਰਨਮੈਂਟ ਸੈਕਟਰ, ਯੂ ਆਰ ਡਿਵੈਲਪਿੰਗ ਪੋਲਿਸੀ ਵਿਚ ਵਿਲ ਬੀ ਫੋਲੋਡ ਥਰੂ ਆਊਟ ਦ ਕੰਟਰੀ, ਠੀਕ ਹੈ। ਇੱਕ ਮੀਡੀਆ ਅਟੈਂਸ਼ਨ ਵੀ ਬਹੁਤ ਹੁੰਦੀ ਜੇ ਕੁਛ ਗਲਤ ਹੁੰਦੀ ਹੈ, ਹਾਂਜੀ, ਤੋ ਲੀਗੈਲਿਟੀਜ਼ ਕਾਫੀ ਸਟ੍ਰਿਕਟ ਹੁੰਦੀਆਂ ਨੇ ਇਨ ਗਵਰਨਮੈਂਟ as as compared to private, because private ਵਿੱਚ ਫਿਰ ਵੀ ਚਲੋ ਤੁਹਾਡੇ ਕੋਲ ਲੀਡਰਸ਼ਿਪ ਟੀਮ ਹੈ which can guide you, whereas government ਵਿੱਚ ਜੇ ਤੁਹਾਨੂੰ ਜੋਬ ਮਿਲਦਾ ਹੈ, ਫਸਟ ਆਫ ਆਲ ਅਗਰ ਗਵਰਨਮੈਂਟ ਸੈਕਟਰ ਵਿੱਚ ਜੋਬ ਮਿਲ ਰਿਹਾ ਹੈ, that means ਕਿ ਤੁਹਾਡੇ ਕੋਲ already knowledge, experience ਔਰ maturity ਹੈ to manage that, and it's very important, ਜਿਵੇਂ ਤੁਸੀਂ ਕਿਹਾ ਕਿ ਮਤਲਬ ਪੇਪਰ ਵਰਕ ਬਹੁਤ ਹੁੰਦਾ ਹੈ, ਕਾਫੀ ਮੋਨੋਟਨਸ ਵਰਕ ਹੁੰਦਾ ਹੈ, ਤੋ ਅਗਰ ਜੇ ਤੁਹਾਡੇ ਕੋਲ ਉਹ ਪੇਸ਼ੈਂਸ ਨਹੀਂ ਹੈ ਟੂ ਡੂ ਪੇਪਰ ਵਰਕ ਐਂਡ ਮੋਨੋਟਨਸ ਵਰਕ, ਤੋ ਐਰਰਸ ਵੀ ਹੋ ਸਕਦੇ ਨੇ, ਬਿਕਾਜ਼ ਤੁਸੀਂ ਬੋਰਡਮ ਵਿੱਚ ਆ ਗਏ, ਰੋਜ਼ ਮੈਂ ਉਹੀ ਕੰਮ ਕਰ ਰਿਹਾ, ਦੇਰ ਇਜ਼ ਨਥਿੰਗ, ਰੈਪੀਟੇਸ਼ਨ ਬਹੁਤ ਹੈ, ਤੋ ਉੱਥੇ ਐਰਰਸ ਵੀ ਹੋਣ ਦੇ ਚਾਂਸਸ ਕਾਫੀ ਜ਼ਿਆਦਾ ਹੈ। ਸੋ ਲਾਈਕ you mentioned कि maybe initially private sector could be a better choice, क्योंकि it prepares you ਅੱਗੇ ਜਾ ਕੇ ਫਿਰ ਗਵਰਨਮੈਂਟ where it gives you that kind of a balance, because ਤੁਹਾਡੇ ਕੋਲ maturity ਹੈ, ਤੁਹਾਡੇ ਕੋਲ experience ਹੈ,
and then you can still go with that kind of a mindset. ਹਾਂਜੀ ਬਾਕੀ ਜਾਂਦੇ ਇੱਕ ਲਾਈਫ ਐਡਵਾਈਸ ਐਜ਼ ਅ ਲਾਈਫ ਕੋਚ ਜਾਂ ਐਜ਼ ਅ ਹਿਊਮਨ ਰਿਸੋਰਸ ਮੈਨੇਜਰ ਜਿਹੜਾ ਤੁਸੀਂ ਆਫਨ ਤੁਸੀਂ ਬਹੁਤ ਲੋਕਾਂ ਨੂੰ ਆਪਣੇ ਆਲੇ ਦੁਆਲੇ ਦਿੰਦੇ ਰਹਿੰਦੇ ਹੋ, ਹਾਂਜੀ, ਉਹ ਪਲੀਜ਼ ਸ਼ਾਰਟਲੀ ਐਕਸਪਲੇਨ ਕਰ ਸਕਦੇ ਹੋ? ਲਾਈਫ ਐਡਵਾਈਸ ਸ਼ਾਰਟਲੀ ਐਕਸਪਲੇਨ ਨਹੀਂ ਹੋ ਸਕਦੀ, ਬਟ ਆਈ ਵਿਲ ਟਰਾਈ ਮਾਈ ਬੈਸਟ। ਟਰਾਈ ਕਰ ਲਓ, ਤੁਹਾਨੂੰ 20 ਸੈਕਿੰਡ ਦੇ ਦਿੰਦੇ। ਸੋ ਆਈ ਥਿੰਕ ਜੋ ਮੈਂ ਫੋਲੋ ਕਰਨੀ ਆ ਕਿ ਤੁਸੀਂ ਕੋਈ ਜੋ ਵੀ ਕੰਮ ਕਰੋ, there is something called as energy versus time. So ਜਿਹੜਾ ਤੁਸੀਂ ਕੰਮ ਕਰ ਰਹੇ ਹੋ, it's not important ਕਿ ਤੁਸੀਂ ਉਹਦੇ ਵਿੱਚ 100% time ਦੇ ਰਹੇ ਹੋ, you have to give 100% energy to it. Okay, ਠੀਕ ਹੈ। ਜੇ ਮੈਂ ਤੁਹਾਡੇ ਨਾਲ ਸਮਝ ਲਓ ਪੂਰਾ ਦਿਨ ਬਿਤਾ ਲਵਾਂ, ਪਰ ਜੇ ਮੈਂ ਇੱਥੇ એનર્ਜੀ ਨਹੀਂ ਹੈ ਮੇਰੀ, ਇੱਥੇ ਮੈਂ ਸਿਰਫ ਟਾਈਮ ਬਿਤਾ ਰਹੀ ਹਾਂ, ਉਹਦਾ ਕੋਈ ਮਤਲਬ ਫੋਕਸ ਨਹੀਂ ਹੈਗੀ, ਫੋਕਸ ਨਹੀਂ ਹੈ, એનર્ਜੀ ਨਹੀਂ ਹੈ। ਤਾਂ એનર્ਜੀ ਵਰਸਸ ਟਾਈਮ ਇਜ਼ ਵੈਰੀ ਇੰਪੋਰਟੈਂਟ। ਜੋ ਵੀ ਤੁਸੀਂ ਕੰਮ ਕਰ ਰਹੇ ਹੋ, ਮੈਂ ਭਾਵੇਂ ਘਰ ਦੀ ਸਫਾਈ ਕਰ ਰਹੀ ਹਾਂ, ਮੈਂ ਉਹਦੇ 'ਚ 100% એનર્ਜੀ ਲਗਾ ਕੇ ਕਰਾਂਗੀ। ਜੇ ਮੈਂ ਖਾਣਾ ਬਣਾ ਰਹੀ ਹਾਂ, ਮੈਂ ਉਹਦੇ 'ਚ 100% એનર્ਜੀ ਲਗਾਵਾਂਗੀ, ਤਾਂ ਹੀ ਜਾ ਕੇ ਉਹ ਖਾਣਾ ਸਵਾਦ ਬਣੇਗਾ। ਜੇ ਮੈਂ ਟਾਈਮ ਇੱਦਾਂ ਹੀ ਕਰ ਰਹੀ ਹਾਂ, ਟਾਈਮ ਪਾਸ ਵਾਸਤੇ ਖਾਣਾ ਬਣਾ ਰਹੀ ਹਾਂ, ਉਹ ਸਵਾਦ ਨਹੀਂ ਹੈ ਉਹਦਾ। ਮੈਨੂੰ ਲੱਗਦਾ ਕੰਮ ਕਰਨ ਦਾ ਵੀ ਨਹੀਂ ਸਵਾਦ ਆਉਣਾ ਤੇ ਖਾਣੇ ਦਾ ਵੀ ਨਹੀਂ ਸਵਾਦ ਆਉਣਾ, ਦੋਵਾਂ ਦਾ ਸਵਾਦ। ਜੋ ਕੰਮ ਕਰੋ ਉਹਦੇ 'ਚ 100% ਉਹਦਾ ਸਵਾਦ ਆਉਣਾ। ਹਾਂਜੀ, ਮਤਲਬ ਘੜੀ ਨਾ ਦੇਖੋ, ਅਗਰ ਜੌਬ ਘੜੀ ਨਾ ਦੇਖੋ, ਯੈਸ, ਕਿ ਬਈ ਮੈਂ ਇੱਥੇ ਫੁੱਲੀ ਪ੍ਰੈਜ਼ੈਂਟ ਹਾਂ ਕਿ ਨਹੀਂ ਇਸ ਮੋਮੈਂਟ ਵਿੱਚ। ਅਗਰ ਮੈਂ ਇੱਥੇ ਫੁੱਲੀ ਪ੍ਰੈਜ਼ੈਂਟ ਨਹੀਂ ਹਾਂ ਤਾਂ ਮੇਰਾ ਇੱਥੇ ਹੋਣ ਦਾ ਕੋਈ ਫਾਇਦਾ ਨਹੀਂ। That's really good. ਪੋਡਕਾਸਟ ਦੀ ਸ਼ੁਰੂਆਤ ਵੀ ਵਧੀਆ ਹੋਈ ਸੀ, ਐਂਡਿੰਗ ਵੀ ਬੜੀ ਘੈਂਟ। ਇਹ ਤਾਂ ਸਾਡੇ ਲਈ ਵੀ ਪਰਸਨਲੀ ਆਮ ਪਰਸਨਲੀ ਸੀਰੀਅਸਲੀ ਦੈਟਸ ਅਮੇਜ਼ਿੰਗ। ਥੈਂਕ ਯੂ, ਬਹੁਤ ਵਧੀਆ ਪਰਸਪੈਕਟਿਵ ਸੀਗਾ ਤੇ ਬਹੁਤ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲੀਆਂ ਪੋਡਕਾਸਟ 'ਚ, ਤੇ ਆਮ ਸ਼ੋਰ ਆਪਣੇ ਜਿਹੜੇ ਦੇਖਣ ਵਾਲੇ ਨੇ ਸਾਰੇ ਉਹਨਾਂ ਨੂੰ ਵੀ ਮਿਲੀਆਂ ਹੋਈਆਂ। ਤੇ ਓਬਵੀਅਸਲੀ ਆਪਾਂ ਕਾਫੀ ਰੇਂਜ ਆਫ ਚੀਜ਼ਾਂ ਡਿਸਕਸ ਕਰੀਆਂ ਹਨ ਹਾਇਰਿੰਗ ਦੇ ਵਿੱਚ, ਤੇ ਕਿੱਦਾਂ ਦੀ ਕੁਆਲਿਟੀਜ਼ ਹੁੰਦੀਆਂ ਨੇ ਐਜ਼ ਅ ਲੀਡਰ ਵੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਸੋ ਮਚ, ਥੈਂਕ ਯੂ। ਤੁਸੀਂ ਓਪਰਚੁਨਿਟੀ ਦਿੱਤੀ ਕਿ ਕੁਛ ਸ਼ੇਅਰ ਕਰ ਸਕੀਏ। ਐਂਡ ਲਾਈਕ ਆਈ ਸਟਾਰਟਡ ਸੇਇੰਗ ਕਿ HR is more than what it is deemed or seemed. ਤਾਂ ਥੈਂਕ ਯੂ ਅਗੇਨ ਤੁਸੀਂ ਇਸ ਓਪਰਚੁਨਿਟੀ ਲਈ। ਆਈ ਹੋਪ ਕਿ everybody will gain something out of it, and I'm glad that I could help here. ਨਹੀਂ, ਬਹੁਤ ਔਖਾ ਹੁੰਦਾ ਜਦੋਂ ਅਸੀਂ ਇਹ ਦੱਸਿਆ ਸੀ ਕਿ ਅਸੀਂ ਮੈਲਬਰਨ 'ਚ ਆ ਰਹੇ ਹਾਂ ਕਰਨਾ, ਤੇ ਕਿਸੇ ਨੂੰ ਸਪੀਕ ਅਪ ਕਰਨਾ, ਉਸ ਚੀਜ਼ ਨੂੰ ਅਪਰੋਚ ਕਰਨਾ ਕਿ ਹਾਂ ਮੈਂ ਚਾਹੁੰਦੀ ਹਾਂ ਇਸ ਪੋਡਕਾਸਟ 'ਤੇ ਆਉਣਾ, ਮੈਂ ਆਪਣਾ ਪੁਆਇੰਟ ਆਫ ਵਿਊ ਸ਼ੇਅਰ ਕਰਨਾ ਚਾਹੁੰਦੀ ਹਾਂ। ਆਈ ਥਿੰਕ ਦੈਟਸ ਦ ਫਸਟ ਸਟੈਪ ਤੁਸੀਂ ਟੇਕ ਕੀਤਾ। ਅਸੀਂ ਤਾਂ ਚਲੋ ਪੋਡਕਾਸਟ ਕਰਦੇ ਹਾਂ, ਬਟ ਸਾਡੇ ਲਈ ਇਹ ਬਹੁਤ ਜ਼ਰੂਰੀ ਹੁੰਦਾ ਕਿ ਜਿਹੜੇ ਗੈਸਟ ਆਉਂਦੇ ਆ ਆਪਣਾ ਟਾਈਮ ਕੱਢ ਕੇ ਆਉਂਦੇ ਆ, ਐਂਡ ਤੁਹਾਡਾ ਇਹਦੇ 'ਚੋਂ ਐਟ ਦਾ ਟਾਈਮ ਕੁਛ ਗੇਨ ਵੀ ਨਹੀਂ ਆ, ਬਸ ਤੁਸੀਂ ਕਮਿਊਨਿਟੀ ਲਈ ਕਰ ਰਹੇ ਹੋ। ਐਬਸੋਲਿਊਟਲੀ। ਸੋ ਥੈਂਕ ਯੂ ਤੁਹਾਡਾ। ਥੈਂਕ ਯੂ ਸੋ ਮਚ। ਅੱਜ ਦਾ ਦਿਨ ਸਕਸੈਸਫੁਲ ਰਿਹਾ। ਹਾਂਜੀ, ਬਿਲਕੁਲ, ਸਾਡਾ ਵੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ।